ਪੰਜਵਾ। संतां के कारज आप खुलोया। संतां के कारज आप खुलोया। हर कम करावण आया राम। तरत सुहावी ताल सुहावा। तरत सुहावी ताल सुहावा। बिच अमृत जल छाया राम। अमृत जल छाया पूरन साज कराया। सगल मनोरथ पूरे जय जयकार पया जग अंतर। लाथे सगल वसूरे पूरन पुरख अच्युत अविनाशी। जस वेद पुराणी गाया। अपना बिरद रखिया परमेश्वर। नानक नाम ध्याया। अपना बिरद रखिया परमेश्वर। नानक नाम ध्याया। चबर छतर तख्त दे मालक साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच सुभाईमान गुरु प्यारिओ, आप सारे अति सत्कारयोग धनता दे योग हों। बड़े भाग ने गुरु की पावन बाणी सुनन दे लई सतगुरां दी निੱਘੀ गोद दा आनंद माण रहे हों। आओ गुरफतेह दी सांझ पाईए, बाणी दी विचार आरंभ करिए। सब ने बोलना जी आखियो वाहिगुरु जी का खालसा वाहिगुरु जी की फतेह। सतगुरु गुरु अर्जन साहब महाराज मेरे मालक ने बड़ी किरपा की है। साडी मत बुद्ध सुरत दे विच शब्द दी विचार पाउण दे लई सानू प्रेरित किया, अपने कोल बुलाया है। असीं सुरत रूपी भांडा लेके गुरु कोल पहुंचे हाँ ते गुरु पातशाह जी साडी सुरत रूपी भांडे दे विच गुरबाणी दी जिहड़ी विचार आ किस तरह पाउंदे ने ते उस विचार दा साडा जीवन आ जिहड़ा वो किस तरह बनदा है, उहदे नाल साडा अंदरूनी परिवार दा मिलाप किवें हुंदा है। क्योंकि जिन्ना भी बाहर दुनिया दे विच आपां वेखदे आ, सारे मटीरियल दे नाल साडे शरीर दा संबंध आ। किसे नाल ज़्यादा संबंध आ, किसे नाल थोड़ा, किसे नाल अति
ਲਾਭਦਾਇਕ ਸੰਬੰਧ ਆ ਵੀ ਅਸੀਂ ਮੰਨਦੇ ਹਾਂ ਵੀ ਇਹ ਤੋਂ ਬਿਨਾਂ ਸਾਨੂੰ ਨਹੀਂ ਸਰਦਾ, ਤੇ ਕੋਈ ਅਜਿਹੇ ਮਟੀਰੀਅਲ ਸਿਸਟਮ ਦੇ ਵਿੱਚ ਜਿਉਂਦੇ ਹਾਂ ਜਿਹਦੇ ਨਾਲ ਸਾਡਾ ਸੰਬੰਧ ਜ਼ਰੂਰ ਆ ਪਰ ਉਹਨੂੰ ਅਸੀਂ ਪਸੰਦ ਨਹੀਂ ਕਰਦੇ। ਇਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਅੰਦਰੂਨੀ ਤਲ ਤੇ, ਜਿਹਨੂੰ ਆਪਾਂ ਅੰਦਰ ਦਾ ਪਰਿਵਾਰ ਕਹਿ ਦਈਏ, ਇੱਕ ਸਾਡੇ ਅੰਦਰ ਵੀ ਪਰਿਵਾਰ ਹੈ, ਉਸ ਪਰਿਵਾਰ ਨੂੰ ਕੁਝ ਪਦਾਰਥ ਗੁਰੂ ਪਾਤਸ਼ਾਹ ਜੀ ਆਪਣੀ ਮਤ ਬੁੱਧ ਮੁਤਾਬਕ ਬਖਸ਼ਿਸ਼ ਕਰਦੇ ਨੇ। ਅੱਜ ਦਾ ਜੋ ਆਪਾਂ ਸ਼ਬਦ ਪੜ੍ਹਿਆ, ਇੱਕ ਪਦਾ ਪਹਿਲਾ, ਇਹਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੀ ਜ਼ਿਕਰ ਕਰਦੇ ਨੇ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜੋ ਇਹ ਸ਼ਬਦ ਹੈ, ਇਸ ਸ਼ਬਦ ਨੂੰ ਆਪਾਂ ਸਾਰਿਆਂ ਨੇ ਬੜੇ ਵਾਰੀ ਗੁਰੂ ਕੀ ਪਾਵਨ ਬਾਣੀ ਕਾਵ ਰੂਪ ਦੇ ਵਿੱਚ, ਕੀਰਤਨ ਰੂਪ ਦੇ ਵਿੱਚ ਸੁਣਿਆ, ਪੜ੍ਹਿਆ ਹੋਵੇਗਾ। ਤੇ ਜਿਹੜਾ ਇਹ ਸ਼ਬਦ ਅੱਜ ਆਪਾਂ ਪੜ੍ਹਿਆਗਾ, ਅੰਗ ਨੰਬਰ 783 ਦੇ ਉੱਪਰ ਸੁਸ਼ੋਭਿਤ ਹੈ ਸੂਹੀ ਰਾਗ ਦੇ ਵਿੱਚ। ਜਿਸ ਦਿਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਨਿਗਰਾਨੀ ਵਿੱਚ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਰਿਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਤੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਪ੍ਰਕਾਸ਼ ਕੀਤਾ ਗਿਆ ਨਾ, ਤੇ ਉਸ ਟਾਈਮ ਤੇ ਬਾਬਾ ਬੁੱਢਾ ਜੀ ਦੀ ਰਸਨਾ, ਉਹਨਾਂ ਦੇ ਬੋਲਾਂ ਦੀ ਜਿਹੜੀ ਧੁਨ ਹੈਗੀ, ਇਹਨਾਂ ਸ਼ਬਦਾਂ ਦੇ ਨਾਲ, ਇਸ ਪਾਵਨ ਹੁਕਮਨਾਮੇ ਦੇ ਨਾਲ ਟਕਰਾਉਂਦੀ ਸੀ। ਇਉਂ ਕਹਿ ਲਓ ਵੀ ਪਹਿਲਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਆਇਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਕੁਦਰਤੀ ਤੌਰ ਤੇ ਆਪਾਂ ਇਹ ਪੰਗਤੀਆਂ ਨੂੰ ਆਪਣੇ ਕਾਰਜਾਂ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਵੀ ਪੜ੍ਹ ਦਿੰਦੇ ਹਾਂ। ਮੰਨ ਲਵੋ ਵੀ ਆਪਣੇ ਘਰ ਵਿੱਚ ਵਿਆਹ ਦਾ ਕਾਰਜ ਆ, ਮਕਾਨ ਬਣਾਉਣਾ, ਜਾਂ ਕੋਈ ਹੋਰ ਖੁਸ਼ੀ ਦਾ ਕਾਰਜ ਆ, ਤਾਂ ਉਸ ਟਾਈਮ ਤੇ ਇਦਾਂ ਦੀਆਂ ਪੰਗਤੀਆਂ ਸੁਭਾਵਕ ਨੇ ਪੜ੍ਹਨੀਆਂ। ਆਪਣੇ ਅੰਦਰ ਦੀ ਭਾਵਨਾ ਹੁੰਦੀ ਹੈ, ਇਹ ਮੇਰੇ ਮਾਲਕ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਿਓ, ਸਾਡੇ ਅੰਗ ਸੰਗ ਵਰਤਿਓ। ਤੇ ਗੁਰੂ ਅੰਗ ਸੰਗ ਕਿਵੇਂ ਵਰਤਦਾ, ਉਹ ਅੱਜ ਦੀ ਵਿਚਾਰ ਵਿੱਚੋਂ ਆਪਾਂ ਵੇਖਾਂਗੇ। ਚਲੋ ਇੰਨਾ ਕੁ ਆਪਾਂ ਸਮਝ ਲਿਆ ਵੀ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬੋਲਾਂ ਨੂੰ ਆਪਾਂ ਆਪਣੇ ਕਾਰਜਾਂ ਦੀ ਆਰੰਭਤਾ ਦੇ ਲਈ, ਕਾਰਜਾਂ ਦੀ ਸਫਲਤਾ ਦੇ ਲਈ ਪੜ੍ਹ ਦਿੰਦੇ ਹਾਂ। ਕੀ ਗੁਰਬਾਣੀ ਇੱਥੋਂ ਤੱਕ ਹੀ ਸੀਮਤ ਆ ਵੀ ਆਪਾਂ ਆਪਣੇ ਕੋਈ ਕਾਰਜ ਕਰਨਾ ਤਾਂ ਉਹਦੇ ਵਾਸਤੇ ਪੜ੍ਹ ਲਵੋ ਤੇ ਨਹੀਂ, ਲੋੜ ਨਹੀਂ ਹੈ। ਸ਼ਾਇਦ ਇਉਂ ਕਹਿ ਸਕਦੇ ਹਾਂ, ਸਾਡੀ ਉਹ ਬੁੱਧੀ ਹੈ ਜਿਹੜੀ ਗਲਤ ਸੋਚੀ ਬੈਠੀ ਆ। ਬਸ ਆਪਾਂ ਸਮਝੋ ਇਸ ਗੱਲ ਨੂੰ, ਸਿਆਣੇ ਸੂਝਵਾਨ ਪਿਆਰੇ ਬੈਠੇ ਆਪਾਂ। ਗੁਰਬਾਣੀ ਸਾਡੀ ਰੂਹ ਦਾ ਖੁਰਾਕ ਹੈ। ਗੁਰਬਾਣੀ ਸਾਡੀ ਰੂਹ ਦਾ ਭੋਜਨ ਹੈ। ਭਜਨ ਤੇ ਭੋਜਨ ਵਿੱਚ ਕਿੰਨਾ ਫਰਕ ਹੈਗਾ? ਕੇਵਲ ਹੋੜੇ ਦਾ ਫਰਕ ਹੈਗਾ। ਭੋਜਨ ਸਰੀਰ ਦੀ ਖੁਰਾਕ ਆ, ਤੇ ਭਜਨ ਗੁਰਬਾਣੀ ਇਹ ਸਾਡੀ ਰੂਹ ਦੀ ਖੁਰਾਕ ਆ। ਆਪਾਂ ਹੁਣੀ ਬੋਲੇ ਆ, ਸਰੀਰ ਦੇ ਨਾਲ ਸੰਬੰਧਿਤ ਪਦਾਰਥ ਸਾਡੇ ਕੋਲੇ ਬਹੁਤ ਨੇ। ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਹੰਢਾਓ, ਉਹ ਸਾਡੀ ਆਪਣੀ ਕੰਪੈਸਿਟੀ, ਆਪਣੀ ਸਮਰੱਥਾ ਕੀ ਕਰਨਾ ਕੀ ਨਹੀਂ ਕਰਨਾ। ਪਰ ਆਤਮਾ, ਸਾਡੇ ਕੁਝ ਅੰਦਰ ਦਾ ਪਰਿਵਾਰ ਹੈ, ਤੇ ਅੰਦਰ ਦਾ ਪਰਿਵਾਰ ਆ ਜਿਹੜਾ, ਉਹ ਸਾਡਾ ਭੁੱਖਾ, ਉਹਨੂੰ ਅਜੇ ਤੱਕ ਖੁਰਾਕ ਨਹੀਂ ਮਿਲੀ। ਉਹਦੀ ਖੁਰਾਕ ਭੋਜਨ ਆ। ਅਖੰਡ ਕੀਰਤਨ, ਕੱਲ ਆਪਾਂ ਕੀਰਤਨ ਤੇ ਗੱਲ ਕੀਤੀ ਸੀ ਨਾ। ਕੀਰਤਨ ਕੀ ਹੈ? ਰੱਬ ਦਾ ਜਸ, ਪਰਮਾਤਮਾ ਦੀ ਬੰਦਗੀ। ਅਖੰਡ ਕੀਰਤਨ ਤਨ ਭੋਜਨ ਚੂਰਾ।
ਅਖੰਡ ਤੋਂ ਭਾਵ ਨਾ ਖੰਡਨ ਹੋਣ ਵਾਲਾ, ਲਗਾਤਾਰ ਨਿਰੰਤਰ ਸਾਡੇ ਅੰਦਰ ਪ੍ਰਭੂ ਪਰਮਾਤਮਾ ਦਾ ਜਸ ਕਰਨ ਦੀ ਤਾਂਘ ਹੋਵੇ, ਉਹ ਸਾਡੀ ਰੂਹ ਦਾ ਖੁਰਾਕ ਆ, ਸਾਡੀ ਰੂਹ ਦਾ ਭੋਜਨ ਹੈਗਾ। ਹੁਣ ਜਿਹੜੀ ਗੱਲ ਆਪਾਂ ਇੱਥੇ ਪੜ੍ਹੀ ਆ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਵੀ ਕੀ ਇਹੀਆਂ ਪੰਗਤੀਆਂ ਨੂੰ ਪੜ੍ਹ ਕੇ ਅਸੀਂ ਆਪਣੇ ਸਰੀਰਕ ਪਰਿਵਾਰਕ ਕਾਰਜਾਂ ਦੇ ਲਈ ਜਾਇਜ਼ ਮੰਨਦੇ ਹਾਂ ਜਾਂ ਨਜਾਇਜ਼ ਮੰਨਦੇ ਹਾਂ। ਜਦੋਂ ਆਪਾਂ ਗੁਰਮਤਿ ਦੀ ਰੌਸ਼ਨੀ ਵਿੱਚ ਵੇਖਾਂਗੇ ਨਾ ਤਾਂ ਸਾਨੂੰ ਸੱਚਮੁੱਚ ਅਹਿਸਾਸ ਹੋਵੇਗਾ ਵੀ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਸਾਡੀ ਆਤਮਾ ਦੀ ਸ਼ੁੱਧਤਾ ਵਾਸਤੇ ਭੋਜਨ ਦਿੱਤਾ ਸੀ ਨਾ, ਉਹ ਉੱਥੇ ਲਈ ਨਹੀਂ ਵਰਤਿਆ ਆਪਾਂ, ਉਹ ਭੋਜਨ ਅਸੀਂ ਹੋਰ ਕਿਤੇ ਵਰਤਦੇ ਰਹੇ। ਚਲੋ ਇੱਥੇ ਮੈਂ ਇਹ ਨਹੀਂ ਕਹਾਂਗਾ ਵੀ ਬਾਹਰੀ ਤੌਰ ਤੇ ਗੁਰਬਾਣੀ ਦੀ ਵਰਤੋਂ ਕਰਨੀ ਗਲਤ ਆ, ਗਲਤ ਨਹੀਂ, ਪਰ ਸਾਨੂੰ ਇੰਨਾ ਕੁ ਜ਼ਰੂਰ ਧਿਆਨ ਹੋਣਾ ਚਾਹੀਦਾ ਵੀ ਕੀ ਇੱਥੇ ਹੀ ਵਰਤਣੀ ਠੀਕ ਆ ਜਾਂ ਇਹਦਾ ਮਤਲਬ ਕੁਝ ਹੋਰ ਵੀ ਆ। ਇੰਨਾ ਕੁ ਧਿਆਨ ਆ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਗਾ। ਫਿਰ ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੀ ਜਿਹੜੀ ਵਿਚਾਰ ਆ ਉਹ ਸਾਡੇ ਅੰਦਰ ਨਾਲ ਮਿਲ ਕੇ ਦਿੱਤੀ ਆ। ਸੰਤਾਂ ਕੇ ਕਾਰਜ ਆਪ ਖਲੋਇਆ, ਮਕਾਨ ਬਣਾਉਣਾ ਖੁਸ਼ੀ ਦਾ ਕਾਰਜ ਹੈ, ਵਿਆਹ ਹੈ, ਕੁਛ ਵੀ ਹੈ, ਇਹਨਾਂ ਲਫ਼ਜ਼ਾਂ ਦੀ ਪਾਵਨ ਸ਼ਬਦਾਂ ਦੀ ਵਰਤੋਂ ਕਰ ਲਵਾਂਗੇ ਕੋਈ ਗੁਨਾਹ ਨਹੀਂ। ਪਰ ਜੋ ਇੱਥੇ ਗੁਰੂ ਪਾਤਸ਼ਾਹ ਨੇ ਮੱਤ ਦਿੱਤੀ ਆ ਉਹ ਇਹ ਦਿੱਤੀ ਆ ਵੀ ਕੁਝ ਤੂੰ ਇਸ ਪੱਖ ਤੋਂ, ਬਾਹਰੀ ਪੱਖ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਦੇ ਪਰਿਵਾਰ ਵੱਲ ਵੀ ਨਿਗਾਹ ਮਾਰ। ਉਹ ਸਾਰੀ ਆਪਾਂ ਪਿੱਛੇ ਤੋਂ ਕਿਵੇਂ ਘਰ ਬਣਦਾ ਰੱਬ ਦਾ ਘਰ ਕਿਹੜਾ ਹੈਗਾ, ਰੱਬ ਦੇ ਘਰ ਚ ਰੌਣਕ ਹੈਗੀ ਆ ਜਾਂ ਨਹੀਂ ਹੈਗੀ, ਸਾਰਾ ਪਿੱਛੇ ਤੋਂ ਆਪਾਂ ਲੜੀ ਪਿੱਛੇ ਮਿਲਾ ਕੇ ਦੇਖੋ ਸੁਣ ਲਿਆ। ਹੁਣ ਗੁਰੂ ਸਾਹਿਬ ਕਹਿੰਦੇ ਇੱਥੇ ਪਰਿਵਾਰ ਦੀ ਗੱਲਬਾਤ ਸੁਣ ਤੂੰ ਅੰਦਰਲੇ ਦੀ, ਤੇ ਅੰਦਰਲੇ ਪਰਿਵਾਰ ਨੂੰ ਖੁਰਾਕ ਵੀ ਦੇ। ਬਾਹਰੀ ਪਰਿਵਾਰ ਨੂੰ ਪਾਲਦਾ ਨਾ, ਇਵੇਂ ਜਿਵੇਂ ਅੰਦਰ ਦੇ ਪਰਿਵਾਰ ਨੂੰ ਵੀ ਪਾਲ। ਫਿਰ ਗੁਰੂ ਸਾਹਿਬ ਜੀ ਜਦੋਂ ਪਾਵਨ ਵਿਚਾਰ ਨੂੰ ਇਸ ਤਰ੍ਹਾਂ ਆਪਾਂ ਅੰਦਰ ਮਹਿਸੂਸ ਕਰਾਂਗੇ ਨਾ, ਫਿਰ ਜਿਹੜੀਆਂ ਇਹ ਪਾਵਨ ਸ਼ਬਦਾਵਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਆ ਗਈ, ਉਹ ਸਾਨੂੰ ਕਰਨ ਦੀ ਇਉਂ ਕਹਿ ਲਓ ਵੀ ਢੰਗ ਆ ਜੂ, ਜਿਹਨੂੰ ਆਪਾਂ ਜੁਗਤ ਕਹਿ ਦਿੰਦੇ ਆ, ਤਰੀਕਾ। ਤੇ ਤਰੀਕੇ ਤੋਂ ਬਿਨਾਂ ਸਾਡੀ ਦੁਨੀਆ ਫੇਲ ਆ। ਕਿਸੇ ਵੀ ਕੰਮ ਨੂੰ ਕਰਨਾ ਉਹਦੇ ਵਿੱਚ ਤਰੀਕਾ, ਜੁਗਤੀ ਹੋਣੀ ਅਤੀ ਜ਼ਰੂਰੀ ਆ। ਦੇਖੋ ਉਦਾਹਰਨ ਲੈ ਲਓ, ਜੁਗਤੀ ਹੈ ਟਣਾ ਦੇ ਟਣ ਜਹਾਜ਼ ਸਮੁੰਦਰ ਦੇ ਵਿੱਚ ਖਿੱਚ ਕੇ ਇੱਕ ਕੰਢੇ ਤੋਂ ਦੂਜੇ ਕੰਢੇ ਤੇ ਲੈ ਜਾਂਦਾ, ਜੇ ਜੁਗਤੀ ਆ। ਜੇ ਜੁਗਤੀ ਨਹੀਂ ਹੈ ਤਾਂ ਚੇਤਾ ਰੱਖਿਓ ਕੁਝ ਕੁ ਵਜਨ ਦੀ ਸੂਈ ਆ ਜਿਹਦਾ ਵਜਨ ਬਿਲਕੁਲ ਥੋੜਾ, ਕੁਝ ਮਾਸਿਆਂ ਦੇ ਵਿੱਚ ਹੀ ਵਜਨ ਆ ਨਾ, ਕੁਝ ਥੋੜੇ ਤੋਂ ਥੋੜਾ ਵਜਨ ਜਿੰਨਾ ਵੀ ਕਹਿ ਲਈਏ ਆਪਾਂ, ਪਰ ਜੁਗਤੀ ਤੋਂ ਬਿਨਾ ਉਹ ਸੂਈ ਵੀ ਪਾਣੀ 'ਚ ਡੁੱਬ ਜਾਂਦੀ ਆ। ਜੇ ਜੁਗਤੀ ਹੈ ਤਾਂ ਟਣਾ ਦੇ ਟਣ ਪਾਣੀ ਦੇ ਉੱਪਰ ਵਜਨ ਭੱਜਿਆ ਜਾਂਦਾ, ਜੇ ਜੁਗਤੀ ਨਹੀਂ ਹੈ ਤਾਂ ਸੂਈ ਵੀ ਪਾਣੀ 'ਚ ਡੁੱਬ ਜੂ। ਜੇ ਜੁਗਤੀ ਹੈ ਆਟਾ ਖੰਡ ਘਿਓ ਦਾ ਪ੍ਰਸ਼ਾਦ ਬਣਾ ਲਵਾਂਗੇ, ਜੇ ਜੁਗਤੀ ਨਹੀਂ ਹੈ ਤਾਂ ਲੇਵੀ ਬਣ ਜੂ। ਬਸ ਇੰਨਾ ਕੀ ਫਰਕ ਹੈਗਾ। ਜ਼ਿੰਦਗੀ ਜਿਉਣ ਦੀ ਜੁਗਤੀ ਆ ਗਈ, ਜ਼ਿੰਦਗੀ ਖੁਸ਼ਹਾਲ ਹੋ ਜੂ। ਜ਼ਿੰਦਗੀ ਜਿਉਣ ਦੀ ਜੁਗਤੀ ਨਾ ਆਈ ਤਾਂ ਜ਼ਿੰਦਗੀ ਨਰਕ ਬਣ ਜੂ। ਇੱਕ ਗੱਲ ਕਹੀ ਜਾਂਦੇ ਨੇ ਵੀ ਇੱਥੇ ਹੀ ਨਰਕ ਆ, ਇੱਥੇ ਹੀ ਸਵਰਗ ਆ। ਬਸ ਉਹ ਇਸ ਗੱਲ ਨਾਲ ਮਿਲ ਗਏ ਆਪਾਂ ਵੀ ਜੇ ਜੁਗਤੀ ਹੈ ਤਾਂ ਸਵਰਗਾਂ ਜ਼ਿੰਦਗੀ ਜਿਉਣੇ ਆ, ਜੇ ਜੁਗਤ ਨਹੀਂ ਹੈ ਤਾਂ ਭੁੱਖੇ ਮਰ ਜਾਵਾਂਗੇ। ਜੁਗਤੀ ਹੈ ਖੇਤੀ ਕਰਦੇ ਆ, 4 ਪੈਸੇ ਇਕੱਠੇ ਕਰ ਲਵਾਂਗੇ। ਜੇ ਜੁਗਤੀ ਨਹੀਂ ਹੈ ਖੇਤੀ ਕਰਾਂਗੇ ਪਰ ਕਰਜ਼ਈ ਹੋ ਜਾਵਾਂਗੇ। ਤੇ ਗੱਲ ਸੋਚਣ ਵਾਲੀ ਆ। ਫਿਰ ਗੁਰੂ ਸਾਹਿਬ ਜੀ ਕਹਿੰਦੇ ਜੁਗਤੀ ਆ ਗਈ ਤਾਂ ਅਸੀਂ ਬਾਹਰੀ ਪਰਿਵਾਰ ਨੂੰ ਵੀ ਨਹੀਂ ਭੁੱਖਾ ਮਰਨ ਦੇਵਾਂਗੇ। ਜੁਗਤੀ ਆ ਗਈ ਤਾਂ ਅਸੀਂ ਆਪਣੇ ਅੰਦਰੂਨੀ ਪਰਿਵਾਰ ਨੂੰ ਵੀ ਭੁੱਖਾ ਨਹੀਂ ਮਰਨ ਦੇਵਾਂਗੇ। ਇੱਥੇ ਗੱਲ ਕੀਤੀ ਆ ਅੰਦਰਲੇ ਲੈਵਲ ਦੀ। ਵੇਖਣ ਨੂੰ ਸਾਨੂੰ ਇਉਂ ਜਾਪਦਾ ਅੱਖਰੀ ਅਰਥ ਬਾਹਰੀ ਤੌਰ ਤੇ ਸਾਡੇ ਸਰੀਰ ਨਾਲ, ਸਾਡੇ ਪਰਿਵਾਰ ਨਾਲ ਮਿਲਦੇ ਨੇ। ਚਲੋ ਗੁਰੂ ਸਤਿਕਾਰਯੋਗ ਆ, ਜਿਹਦੀ ਗੱਲ ਹਰ ਇੱਕ ਥਾਂ ਤੇ ਢੁੱਕ ਜਾਂਦੀ ਆ, ਹਰ ਗੱਲ ਨਾਲ ਗੱਲ ਮਿਲ ਜਾਂਦੀ ਆ। ਇੱਥੇ ਲਫ਼ਜ਼ ਵਰਤੇ ਨੇ, ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਪਰਮਾਤਮਾ ਕੰਮ ਕਰਾਵਣ ਆਇਆ ਰਾਮ। ਹਰੀ ਪਰਮਾਤਮਾ ਆਪ ਖੁਦ ਸਾਡੇ ਕੰਮਾਂ ਦੇ ਵਿੱਚ ਆ ਕੇ ਦਖਲ ਦਿੰਦਾ ਹੈ। ਸਾਡੇ ਕੰਮਾਂ ਦੇ ਵਿੱਚ ਆਪ ਆ ਕੇ ਉਹ ਸਾਡੀ ਮਦਦ ਕਰਦਾ ਹੈ।
ਉਹ ਆਪ ਵਰਤਦਾ ਗਾ। ਤੋ ਆਪਾਂ ਗੱਲ ਪਹਿਲਾਂ ਕਰ ਲਈ ਵੀ ਕਿਵੇਂ ਵਰਤਦਾ, ਉਹ ਆਪਾਂ ਗੁਰੂ ਨੂੰ ਪੁੱਛਾਂਗੇ। ਤੇ ਥੋੜਾ ਜਿਹਾ ਹੁਣ ਇੱਥੇ ਆਪਾਂ ਗੁਰਬਾਣੀ ਤੋਂ ਬਾਹਰਲੇ ਪਾਸੇ ਜਾਣਾਗਾ। ਮੰਨ ਲਵੋ ਵੀ ਇਹ ਸ਼ਬਦ ਕਿੱਥੇ ਲਿਖਿਆ ਗਾ? ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਪਰ ਕਬਜ਼ਾ ਕਿਹਦਾ ਗਾ? ਸਿੱਖਾਂ ਦਾ। ਕਦੇ ਗੌਰ ਕਰਕੇ ਦੇਖਿਓ ਵੀ ਗੁਰੂ ਗ੍ਰੰਥ ਸਾਹਿਬ ਤੇ ਹਿੰਦੂ ਵੀਰ ਦਾ ਕਬਜ਼ਾ ਹੈ? ਨਾ। ਅੱਛਾ, ਜਿਸ ਮਨੁੱਖ ਦਾ ਜਿਸ ਚੀਜ਼ ਤੇ ਕਬਜ਼ਾ ਹੋ ਗਿਆ ਤੇ ਦੂਜਾ ਬੰਦਾ ਉੱਥੇ ਆਉਂਦਾ ਨਹੀਂਗਾ। ਉਦਾਹਰਨ ਲਾ ਲਓ, ਦੋ ਭਰਾ ਨੇ, ਸਕੇ ਭਰਾ ਨੇ, ਇੱਕੋ ਹੀ ਘਰ ਆਗਾ। ਇੱਕ ਘਰ ਦੇ ਵਿੱਚ ਦੋ ਕਮਰਿਆਂ 'ਚ ਇੱਕ ਭਰਾ ਰਹਿਣ ਲੱਗ ਗਿਆ, ਦੋ 'ਚ ਇੱਕ ਰਹਿਣ ਲੱਗ ਗਿਆ। ਤੇ ਚੇਤਾ ਰੱਖਿਓ, ਜਿਹੜਾ ਦੂਜਾ ਭਰਾ ਨਾ, ਉਹ ਦੂਜੇ ਭਰਾ ਦੇ ਕਮਰੇ ਜਾਣੋਂ ਹੀ ਹਟ ਜਾਂਦਾ। ਕਿਉਂ? ਕਹਿੰਦਾ ਦਾ ਕਬਜ਼ਾ ਹੋ ਗਿਆ, ਮੈਂ ਉਧਰ ਕੀ ਕਰਨ ਜਾਣਾ। ਕਦੇ ਸੋਚ ਕੇ ਦੇਖੋ। ਇੱਕ ਭਰਾ ਨੂੰ ਸਾਈਕਲ ਆ ਗਿਆ, ਇੱਕ ਨੂੰ ਮੋਟਰਸਾਈਕਲ ਆ ਗਿਆ, ਕਹਿੰਦਾ ਮੈਂ ਨਹੀਂ ਮੋਟਰਸਾਈਕਲ ਚੱਕਦਾ। ਕਿਉਂ? ਕਹਿੰਦਾ ਚਾਬੀ ਉਹਦੇ ਕੋਲੇ, ਕਬਜ਼ਾ ਉਹਦੇ ਕੋਲੇ, ਮੈਂ ਕਿਉਂ ਜਾਵਾਂ ਉਹਦੇ ਕੋਲੇ। ਸ਼ਾਇਦ ਇਹ ਕਹਾਣੀ ਸਾਡੇ ਜੀਵਨ ਵਿੱਚ ਵਰਤੀ ਆ। ਗੁਰਬਾਣੀ ਸਰਬ ਸਾਂਝੀ ਆ, ਉਪਦੇਸ਼ ਚੌ ਵਰਨਾ ਕੋ ਸਾਂਝਾ ਗਾ, ਪਰ ਇਹ ਤੇ ਸਾਡਾ ਕਬਜ਼ਾ ਹੋਣ ਕਰਕੇ ਅਸੀਂ ਕਿਸੇ ਨੂੰ ਖੰਘਣ ਨਹੀਂ ਦਿੱਤਾ ਵੀ ਨਾ ਤੂੰ ਥੋੜੀ ਇੱਥੇ ਆਉਣਾ, ਇਹ ਤਾਂ ਸਾਡਾ ਕਬਜ਼ਾ, ਅਸੀਂ ਪੜਾਂਗੇ, ਅਸੀਂ ਸੁਣਾਂਗੇ। ਸਕੂਲ ਦੇ ਵਿੱਚ ਇੱਕ ਜਾਤ ਦਾ, ਇੱਕ ਨਸਲ ਦਾ, ਇੱਕ ਮਜ਼ਹਬ ਦਾ ਪੱਖ ਨਹੀਂ ਹੈ। ਉੱਥੇ ਸਾਰੀਆਂ ਜਾਤਾਂ, ਨਸਲਾਂ, ਮਜ਼ਹਬਾਂ ਦੇ ਬੱਚੇ ਪੜ੍ਹਦੇ ਨੇਗੇ। ਪਰ ਵਾਹਿਗੁਰੂ ਭਲਾ ਕਰੇ, ਜਿੱਥੇ ਇਹ ਜਾਤ ਪਾਤ ਦਾ ਵਿਤਕਰਾ ਖਤਮ ਹੋਣਾ ਸੀ, ਮਜ਼ਹਬਾਂ ਨਸਲਾਂ ਦਾ ਵਿਤਕਰਾ ਖਤਮ ਹੋਣਾ ਸੀ, ਉੱਥੇ ਆਵੜਿਆ, ਉੱਥੇ ਸਾਨੂੰ ਸਮਝ ਨਹੀਂ ਆਏਗੀ। ਤਾਈਓ ਗੁਰੂ ਸਾਹਿਬ ਜੀ ਨੇ ਸਾਨੂੰ ਜ਼ਿਕਰ ਕੀਤਾ ਵੀ ਜਦੋਂ ਪੁੱਤ ਮੇਰਿਆ ਵੀ ਇਸ ਗੱਲ ਨੂੰ ਆਪਾਂ ਅੰਦਰੂਨੀ ਲੈਵਲ ਤੇ ਵੇਖਾਂਗੇ ਤਾਂ ਇਹ ਪੰਗਤੀ ਹਿੰਦੂ ਭਰਾ ਤੇ ਵੀ ਢੁੱਕਦੀ ਆ, ਇਹ ਪੰਗਤੀ ਮੁਸਲਮਾਨ ਭਰਾ ਤੇ ਵੀ ਢੁੱਕਦੀ ਆ, ਇਹ ਯਹੂਦੀ ਤੇ ਵੀ ਢੁੱਕਦੀ ਆ, ਈਸਾਈਆਂ ਤੇ ਵੀ ਢੁੱਕਦੀ ਆ, ਸਿੱਖਾਂ ਤੇ ਵੀ ਢੁੱਕਦੀ ਆ। ਪਰ ਵਰਤਿਆ ਕਿਹਨੇ ਆ? ਕੱਲੇ ਸਿੱਖਾਂ ਨੇ ਵਰਤਿਆ। ਮੁਸਲਮਾਨ ਨਹੀਂ ਕਹਿੰਦਾ ਵੀ ਸੰਤਾਂ ਕੇ ਕਾਰਜ ਆਪ ਖਲੋਇਆ, ਆਪ ਉਹ ਨਹੀਂ ਕਹੂਗਾ, ਕੇਵਲ ਅਸੀਂ ਕਹਾਂਗੇ ਵੀ ਸਾਡੇ ਕਾਰਜਾਂ ਵਿੱਚ, ਸਾਡੇ ਵਿਆਹ 'ਚ ਹੀ ਰੱਬ ਆਉਂਦਾ, ਮੁਸਲਮਾਨਾਂ ਦੇ ਵਿਆਹ 'ਚ ਥੋੜੀ ਰੱਬ ਆਉਂਦਾਗਾ। ਸਾਡੇ ਵਿਆਹ 'ਚ ਰੱਬ ਆ ਕੇ ਕੰਮ ਕਰ ਗਿਆ, ਮੁਸਲਮਾਨਾਂ ਦੇ ਜਾਂ ਹਿੰਦੂਆਂ ਦੇ ਵਿਆਹ 'ਚ ਥੋੜੀ ਰੱਬ ਆ ਕੇ ਕੰਮ ਕਰਦਾਗਾ, ਯਹੂਦੀਆਂ ਦੇ ਵਿਆਹ 'ਚ ਥੋੜੀ ਕੰਮ ਕਰਦਾ ਰੱਬ। ਸਾਡੇ ਵਿਆਹ 'ਚ ਕੰਮ ਕਰ ਗਿਆ, ਸਾਡਾ ਘਰ ਬਣਾਉਣ ਵੇਲੇ ਸਾਡੇ ਕੋਲੇ ਆ ਗਿਆ। ਇਹ ਉਹਨਾਂ ਦੀਆਂ ਹਵੇਲੀਆਂ ਬਣਾਉਣ ਵੇਲੇ ਉਹਨਾਂ ਕੋਲ ਥੋੜੀ ਜਾਂਦਾਗਾ, ਇਹ ਸਾਡੇ ਕੋਲੇ ਆ ਗਿਆ। ਪਰ ਗੁਰੂ ਕਹਿੰਦਾ ਨਹੀਂ, ਉਹ ਪਰਮਾਤਮਾ ਹਰ ਇੱਕ ਵਿੱਚ ਵੱਸਦਾ ਹੈ ਤੇ ਹਰ ਇੱਕ ਦੇ ਕਾਰਜ ਆਪ ਸਫਲ ਕਰਦਾਗਾ। ਉਹਦੇ ਲਈ ਸਾਰੇ ਇੱਕ ਨੇ। ਜੇ ਵੰਡੀ ਪਾਈ ਆ ਤਾਂ ਅਸੀਂ ਪਾਈ ਆ। ਹੁਣ ਗੁਰੂ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ, ਸੰਤਾਂ ਕੇ ਕਾਰਜ, ਸਾਰਿਆਂ ਲਈ ਸਾਂਝਾ ਉਪਦੇਸ਼ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਕਾਰਜ ਤੋਂ ਭਾਵ ਕੰਮ, ਸੰਤ ਸਾਰੀ ਮਨੁੱਖਤਾ ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਥਾਏ ਪਿਆਰ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਕਾਰਜ ਕੰਮ ਆਪ ਖਲੋਇਆ, ਉਹ ਆਪ ਖੜਦਾ ਆ ਕੇ। ਕਿਵੇਂ? ਇਸ ਗੱਲ ਨੂੰ ਆਪਾਂ ਥੋੜਾ ਜਿਹਾ ਮਾਫ ਕਰਨਾ, ਆਪਾਂ ਸਾਰਾ ਇੱਕ ਪਰਿਵਾਰ ਬੈਠੇ ਆ, ਕਿਉਂਕਿ ਆਪਾਂ ਪਰਿਵਾਰ ਮੁਤਾਬਕ ਗੱਲ ਇੱਥੇ ਕਰਨੀ ਆ। ਇੱਕ ਪਰਿਵਾਰ ਦੇ ਵਿੱਚ ਭੈਣ ਭਾਈ, ਮਾਤਾ ਪਿਤਾ, ਨੂੰਹ ਸੱਸ, ਪੁੱਤ ਪੋਤੇ ਇਕੱਠੇ ਬਹਿ ਕੇ ਹਾਸੀ ਵੀ ਹੱਸ ਲੈਂਦੇ ਨੇ, ਉਹ ਗੱਲਾਂ ਵੀ ਕਰ ਜਾਂਦੇ ਜਿਹੜੀਆਂ ਸਮਾਜਿਕ ਤਲ ਤੇ ਕਰਨ ਯੋਗ ਨਹੀਂ ਹੁੰਦੀਆਂ। ਪਰਿਵਾਰ ਆ, ਕਹਿੰਦੇ ਚੱਲ ਤਾਂ ਕੀ ਹੁੰਦਾਗਾ, ਆਪਾਂ ਆਪ ਦਾ ਟੱਬਰ ਆ, ਫਿਰ ਕੀ ਹੁੰਦਾ। ਇੱਥੇ ਵੀ ਆਪਾਂ ਇਹ ਗੱਲ ਸਮਝਣੀ ਆ ਵੀ ਅਸੀਂ ਆਪ ਦਾ ਟੱਬਰ ਬੈਠੇ ਆ, ਆਪ ਦਾ ਪਰਿਵਾਰ ਬੈਠੇ ਆ। ਕੀ ਦੇਖਣਾ ਇੱਥੇ? ਮਾਫ ਕਰਨਾ, ਜਦੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੇ ਧੀਆਂ ਵਾਲੇ ਆ, ਬੱਚਿਆਂ ਵਾਲੇ ਆਗੇ। ਜਦੋਂ ਕੋਈ ਭੈਣ ਕਿਸੇ ਵੀ ਬੱਚੇ ਨੂੰ ਜਨਮ ਦਿੰਦੀ ਹੈ ਨਾ, ਤਾਂ ਉਦੋਂ ਇੱਕ ਸਾਡੀ ਕਹਾਵਤ ਆ, ਭਾਵ ਕਹਾਵਤ ਕੀ ਆ ਵੀ ਉਸ ਟਾਈਮ ਤੇ ਜਿਹੜੀ ਅਵਸਥਾ ਗਈ, ਤਾਂ ਉਹ ਅਵਸਥਾ ਉਹ ਆ ਵੀ ਉਸ ਬੱਚੀ ਦੇ ਸਿਰਹਾਣੇ ਕਫਨ ਪਿਆਗਾ। ਕਦੋਂ ਵੀ ਕਿਸੇ ਵੀ ਟਾਈਮ ਉਹ ਜਣੇਪੇ ਵਾਲੀ, ਜਨਮ ਦੇਣ ਵਾਲੀ ਮਾਂ ਭੈਣ ਮਰ ਸਕਦੀ ਆ। ਤੇ ਹੁਣ ਚੇਤਾ ਰੱਖਿਓ, ਇਹ ਲਫ਼ਜ਼ ਫਿਰ ਸਾਡੀਆਂ ਸਿੱਖਾਂ ਦੀਆਂ ਲੜਕੀਆਂ ਤੇ ਥੋੜੀ ਢੁਕੂਗਾ। ਇਹ ਤਾਂ ਜਦੋਂ ਹਿੰਦੂ ਭੈਣ ਨੇ, ਮੁਸਲਮਾਨ ਭੈਣ ਨੇ, ਯਹੂਦੀ ਭੈਣ ਨੇ ਕਿਸੇ ਬੱਚੇ ਨੂੰ, ਬਾਲ ਨੂੰ ਜਨਮ ਦੇਣਾ, ਤਾਂ ਇਹ ਪੰਗਤੀ ਉਹਨਾਂ ਦੇ ਦੁਆਲੇ ਵੀ ਗੇੜੇ ਖਾਂਦੀ ਆ। ਇਹ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਵੀ ਜਾ ਕੇ ਰੱਖਿਆ ਆਪ ਕਰਦਾ, ਉਹ ਮਰਨ ਨਹੀਂ ਦਿੰਦਾਗਾ।
ਸਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਬੱਚਿਆਂ ਨੂੰ ਜਨਮ ਦਿੰਦੀਆਂ, ਸਾਨੂੰ ਫਿਕਰ ਹੁੰਦੀ ਆ, ਅਸੀਂ 24 ਘੰਟੇ ਨਿਗਰਾਨੀ ਰੱਖਦੇ ਆ, ਪਰ ਵਾਹਿਗੁਰੂ ਭਲਾ ਕਰੇ ਜੰਗਲੀ ਜੀਵ ਵੀ ਜਨਮ ਦਿੰਦੇ ਨੇ, ਪਰ ਪਰਮਾਤਮਾ ਉਹਨਾਂ ਦੇ ਵੀ ਅੰਗ ਸੰਗ ਆ ਤੇ ਪਰਮਾਤਮਾ ਸਾਡੇ ਪਸ਼ੂਆਂ ਦੇ ਵੀ ਅੰਗ ਸੰਗ ਆਗਾ। ਮਤਲਬ ਮੇਰੇ ਕਹਿਣ ਤੋਂ ਮੁਰਾਦ, ਇਹ ਉਦਾਹਰਨ ਦੇਣ ਤੋਂ ਭਾਵ ਇਹ ਆ ਵੀ ਉਹ ਪਰਮਾਤਮਾ ਇਉਂ ਭਾਈ ਸਾਰਿਆਂ ਦੇ ਅੰਗ ਸੰਗ ਆਗਾ। ਜਿਹਨੇ ਜਨਮ ਦਿਵਾਉਣਾ ਨਾ ਤੇ ਉਹ ਪਰਮਾਤਮਾ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਡਾਕਟਰ ਦਾ ਸੁਭਾਅ ਨਾ, ਉਹਦੇ ਕੋਲੇ ਭਾਵੇਂ ਗਰੀਬ ਵਗ ਜੇ, ਉਹ ਸਾਲ ਤੇ ਬੱਚੀ ਨੂੰ ਲੈ ਕੇ, ਭਾਵੇਂ ਅਮੀਰ ਵਗ ਜੇ, ਭਾਵੇਂ ਕੋਈ ਕਿਸੇ ਵੀ ਜਾਤ ਦਾ, ਕਿਸੇ ਨਸਲ ਦਾ, ਕਿਸੇ ਮਜ਼ਹਬ ਦਾ ਉੱਥੇ ਵਿਅਕਤੀ ਵਗ ਗਿਆ ਤੇ ਡਾਕਟਰ ਨੇ ਸਾਰਿਆਂ ਦੀ ਕੇਅਰ, ਸਾਰਿਆਂ ਦੀ ਦੇਖਭਾਲ ਉਸ ਟਾਈਮ ਤੇ ਉਹ ਮਾਂ ਪਿਓ ਦੀ, ਵਾਹਿਗੁਰੂ ਭਲਾ ਕਰੇ ਬੱਚੀ ਦੀ ਮਾਂ ਨੂੰ ਜਨਮ ਦਿਵਾਉਣ ਵਾਲਾ ਡਾਕਟਰ ਆਪ ਸਾਰਿਆਂ ਦੀ ਇੱਕੋ ਜੀ ਕੇਅਰ ਕਰਦਾ, ਇੱਕੋ ਜੀ ਰਾਖੀ ਕਰਦਾ ਹੈਗਾ। ਇਹੀ ਸੁਭਾਅ ਪਰਮਾਤਮਾ ਦਾ ਹੈਗਾ। ਇਸ ਕਰਕੇ ਆਪਾਂ ਸਾਈਡ ਤੇ ਥੋੜਾ ਜਿਹਾ ਗਏ ਸੀ ਵੀ ਸਾਨੂੰ ਗੱਲ ਸਮਝ ਆ ਜੇ। ਪਰਮਾਤਮਾ ਸਾਡੇ ਅੰਦਰ ਗਿਆਨ ਰਾਹੀਂ, ਉਹ ਪਰਮਾਤਮਾ ਸਾਡੇ ਅੰਦਰ ਆਪ ਵਰਤਦਾ ਹੈਗਾ। ਉਹ ਹਰ ਇੱਕ ਵਿਅਕਤੀ ਦੀ ਅੰਗ ਸੰਗ ਆਪ ਰਾਖੀ ਕਰਦਾ ਹੈ। ਆਪ ਉਹ ਪਰਮਾਤਮਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰੀ ਪਰਮਾਤਮਾ। ਇੱਥੇ ਇੱਕ ਦਾ ਨਾਂ ਨਹੀਂ ਲੈਤਾ ਵੀ ਕਿਸੇ ਗੁਰਦੁਆਰੇ ਵਾਲੇ ਦਾ ਜਾਂ ਮੰਦਿਰ ਵਾਲੇ ਦਾ ਜਾਂ ਕਿਸੇ ਮਸੀਤ ਵਾਲੇ ਦਾ ਜਾਂ ਚਰਚ ਗਰਜਾ ਘਰ ਵਾਲੇ ਦਾ ਨਾਮ ਨਹੀਂ ਲੈਤਾ। ਇੱਥੇ ਜ਼ਿਕਰ ਕੀਤਾ ਹਰ ਤੋਂ ਭਾਵ ਰੱਬ। ਹਰ ਆਪ ਖਲੋਇਆ, ਕੰਮ ਕਰਾਵਣ ਆਇਆ ਰਾਮ। ਅੱਛਾ, ਦੂਸਰੀ ਗੱਲ, ਦੁਨੀਆ ਦੇ ਵਿੱਚ ਨਿਗਾਹ ਮਾਰ ਕੇ ਵੇਖੋ, ਜਿਹੜਾ ਵਿਅਕਤੀ ਕਿਸੇ ਦੇ ਘਰ ਕੰਮ ਕਰੇ, ਕੰਮ ਕਰਨ ਵਾਲੇ ਨੂੰ ਨੌਕਰ ਕਿਹਾ ਜਾਂਦਾ ਤੇ ਕੰਮ ਕਰਵਾਉਣ ਵਾਲੇ ਨੂੰ ਮਾਲਕ ਕਿਹਾ ਜਾਂਦਾ। ਇਹ ਆਪਾਂ ਨੂੰ ਪਤਾ ਨਾ ਗੱਲ ਦਾ। ਇਹ ਨਹੀਂ ਹੈ ਵੀ ਕੰਮ ਕਰਨ ਵਾਲਾ ਮਾਲਕ ਆ ਤੇ ਕਰਵਾਉਣ ਵਾਲਾ ਨੌਕਰ ਆ। ਉਸ ਟਾਈਮ ਤੇ ਅਵਸਥਾ ਇਹ ਆ ਵੀ ਕਰਵਾਉਣ ਵਾਲਾ ਮਾਲਕ ਆ ਤੇ ਕਰਨ ਵਾਲਾ ਨੌਕਰ ਹੈਗਾ। ਹੁਣ ਚੇਤਾ ਰੱਖਿਓ, ਪਰਮਾਤਮਾ ਨੂੰ ਆਪਾਂ ਸਾਰੇ ਕਹਿੰਦੇ ਆ, ਪਰਮਾਤਮਾ ਸਭ ਦਾ ਮਾਲਕ ਹੈ, ਸਭ ਦਾ ਮਾਲਕ ਆ ਨਾ। ਤੇ ਇਥੋਂ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈ ਕੇ ਆਪਾਂ ਨੂੰ ਕਹਿਣਾ ਪਊ, ਵਾਹਿਗੁਰੂ ਪਰਮਾਤਮਾ ਤੂੰ ਧੰਨਤਾ ਦੇ ਯੋਗ ਹੈ। ਕਿਉਂ? ਮੈਂ ਦੁਨੀਆ ਦੇ ਵਿੱਚ ਬੜੇ ਰੱਬ ਵੇਖੇ, ਡੇਰਿਆਂ 'ਚ, ਮੰਦਰਾਂ, ਮਸੀਤਾਂ, ਗੁਰਦੁਆਰਿਆਂ 'ਚ ਬਾਬੇ ਬੜੇ ਨੇਗੇ, ਬੜੇ ਬਾਬੇ ਨੇ ਜਿਹੜੇ ਮਤਲਬ ਆਪਣੇ ਆਪ ਨੂੰ ਤੇਰਾ ਰੂਪ ਕਹਾਉਂਦੇ ਨੇ, ਉਹ ਰੱਬ ਕਹਾਉਂਦੇ ਨੇ, ਕਹਿੰਦੇ ਅਸੀਂ ਰੱਬ ਆ। ਵਾਹਿਗੁਰੂ ਜੀ, ਮੈਂ ਉਹਨਾਂ ਕੋਲ ਜਾ ਕੇ ਵੇਖਿਆ, ਨਹੀਂ ਜਾ ਕੇ ਵੇਖਿਆ, ਮੈਂ ਸੁਣਿਆ, ਪਰ ਮੈਂ ਇਹ ਨਹੀਂ ਸੁਣਿਆ ਉਹ ਮਾਲਕ ਸਭ ਦੇ ਬਣੇ ਬੈਠੇ ਨੇ ਵੀ ਆਪ ਵੀ ਕਿਸੇ ਦੇ ਨੌਕਰ ਬਣ ਜਾਣ। ਮੈਂ ਇਹ ਨਹੀਂ ਵੇਖਿਆ। ਉਹ ਨੌਕਰ ਨਹੀਂ ਬਣਦੇ, ਉਹ ਮਾਲਕ ਬਣਨ ਦੀ ਅਵਸਥਾ ਰੱਖਦੇ ਨੇ ਆਪਣੀ। ਪਰ ਜਿਹੜਾ ਸੱਚਾ ਮਾਲਕ ਆ, ਉਹ ਮਾਲਕ ਵੀ ਆ ਤੇ ਨਾਲ ਨੌਕਰ ਵੀ ਆ। ਨੌਕਰ ਕਿਵੇਂ? ਮਾਲਕ ਦਾ ਨਮੂਨਾ ਆਪਾਂ ਰੋਜ਼ ਵੇਖਦੇ ਆ, ਪਰਮਾਤਮਾ ਕਰਵਾ ਰਿਹਾ ਹੈ, ਇਹ ਮਾਲਕ ਦਾ ਨਕਸ਼ਾ ਗਾ। ਪਰ ਇਹ ਵੀ ਵੇਖੋ ਦੂਸਰਾ ਪਾਸਾ ਉਲਟਾ ਕੇ, ਪਰਮਾਤਮਾ ਕਰ ਵੀ ਰਿਹਾ ਹੈ ਤੇ ਕਰਦਾ ਕਿਹਦੇ ਅੱਖੇ ਆ? ਸਾਡੇ ਅੱਖੇ। ਸਾਡੇ ਅੱਖੇ ਕਰਦਾ ਨਾ। ਹੁਣ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਜਦੋਂ ਕੰਮ ਆਪ ਕਰਦਾ ਨਾ, ਉਹ ਵਿੱਚ ਵਰਤ ਕੇ ਆਪ ਕੰਮ ਕਰਦਾਗਾ, ਤਾਂ ਚੇਤਾ ਰੱਖਿਓ ਇੱਥੋਂ ਸਿੱਧ ਹੁੰਦਾ ਉਹ ਪਰਮਾਤਮਾ ਜਿੱਥੇ ਸਾਡਾ ਮਾਲਕ ਆ ਨਾ, ਇਹ ਦੁਨੀਆ ਦੇ ਵਿੱਚ ਕੇਵਲ ਕੱਲਾ ਪਰਮਾਤਮਾ ਹੀ ਆ, ਅਕਾਲ ਪੁਰਖ ਵਾਹਿਗੁਰੂ ਹੀ ਆ, ਜਿਹੜਾ ਕੰਮ ਕਰਵਾਉਂਦਾ ਵੀ ਆ, ਕਰਵਾਉਣ ਸਮੇਂ ਮਾਲਕ, ਤੇ ਜਦੋਂ ਕਰਦਾ ਨਾ ਤੇ ਉਦੋਂ ਉਹ ਨੌਕਰ ਬਣ ਜਾਂਦਾ। ਅਸੀਂ ਮਾਲਕ ਬਣ ਜਾਂਦੇ ਆ, ਉਹ ਨੌਕਰ ਬਣ ਜਾਂਦਾ, ਪਰ ਉਹ ਗੁੱਸਾ ਨਹੀਂ ਕਰਦਾ। ਉਹ ਕਹਿੰਦਾ ਫਿਰ ਕੀ ਹੋ ਗਿਆ? ਆਪਾਂ ਕੱਲ ਸੁਣਿਆ ਸੀ ਨਾ ਵੀ ਸ਼ੇਖ ਸਾਦੀ ਕੀ ਕਹਿੰਦਾ ਵੀ ਮੈਂ ਆਪਣੇ ਦਿਮਾਗ 'ਚੋਂ ਉਹ ਗੱਲ ਕੱਢਤੀ ਵੀ ਮੈਂ ਮਾਲਕ ਆ, ਮੈਂ ਗੁਰੂ ਆ, ਮੈਂ ਉਸਤਾਦ ਆ। ਉਹ ਦਿਮਾਗ 'ਚੋਂ ਗੱਲ ਹੀ ਕੱਢਤੀ। ਮੈਂ ਕੀ ਆ? ਮੈਂ ਨਚੀਜ਼ ਆ। ਮੈਂ ਤਾਂ ਇਹ ਆ ਨਾ, ਮੇਰੀ ਭਾਵਨਾ ਇਹ ਬਣ ਗਈ। ਹੁਣ ਰੱਬ ਜੀ ਕੀ ਨੇ? ਉਹ ਮਾਲਕ ਵੀ ਨੇ, ਉਹ ਨਚੀਜ਼ ਵੀ ਨੇ। ਉਹ ਕਹਿੰਦੇ ਇਸ ਤਾਂ ਨੌਕਰ ਬਣੇ ਫਿਰਦੇ, ਸਾਥੋਂ ਜੋ ਮਰਜ਼ੀ ਕੰਮ ਕਰਵਾ ਲਓ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਹੁਣ ਗੁਰੂ ਸਾਹਿਬ ਜੀ ਨੇ ਪਹਿਲੀ ਪੰਕਤੀ ਵਿੱਚ ਦੱਸਿਆ ਵੀ ਉਹ ਪਰਮਾਤਮਾ ਭਾਈ ਨੌਕਰ ਬਣ ਕੇ ਸਾਡੇ ਕੰਮ ਵੀ ਕਰ ਜਾਂਦਾ ਹੈਗਾ। ਕਿਹੜੇ ਕੰਮ? ਉਹ ਬਾਹਰੀ ਤੌਰ ਤੇ ਵੀ ਕੰਮ ਕਰਦਾ। ਹਜੇ ਆਪਾਂ ਜਿਸ ਲੈਵਲ ਤੇ ਗੁਰੂ ਸਾਹਿਬ ਨੇ ਗੱਲ ਕੀਤੀ ਉੱਥੇ ਪਹੁੰਚੇ ਨਹੀਂ ਹਾਂ। ਹੁਣ ਇਹ ਤੋਂ ਬਾਅਦ ਆਪਾਂ ਉੱਥੇ ਚੱਲਾਂਗੇ ਜਿਸ ਲੈਵਲ ਤੇ ਗੁਰਦੇਵ ਪਾਤਸ਼ਾਹ ਨੇ ਗੱਲ ਕੀਤੀ ਆ। ਹੁਣ ਉਹ ਪਰਮਾਤਮਾ ਬਾਹਰੀ ਤੌਰ ਤੇ ਵੀ ਸਾਡੇ ਕੰਮ ਕਰਦਾ ਤੇ ਸਾਡੇ ਅੰਦਰੂਨੀ ਲੈਵਲ ਤੇ ਵੀ ਕੰਮ ਕਰਦਾ। ਸਾਡੇ ਦੋ ਪਰਿਵਾਰ ਨੇ, ਇੱਕ ਬਾਹਰੀ ਪਰਿਵਾਰ ਆ, ਇੱਕ ਅੰਦਰ ਦਾ ਪਰਿਵਾਰ ਆ।
ਹੁਣ ਤੱਕ ਆਪਾਂ ਇਹ ਵੇਖਿਆ ਵੀ ਉਹ ਪਰਮਾਤਮਾ ਵਾਰੀ ਪਰਿਵਾਰ ਦੇ ਵਿੱਚ ਸਾਡੇ ਕਿਵੇਂ ਕੰਮ ਕਰਦਾ। ਉਹ ਸਾਡੇ 24 ਘੰਟੇ ਅੰਗ ਸੰਗ ਹੈ। ਜੋ ਵੀ ਕਾਰਜ ਅਸੀਂ ਕਰਦੇ ਹਾਂ ਉਹਨਾਂ ਕਾਰਜਾਂ ਦੇ ਵਿੱਚ ਉਹ ਪਰਮਾਤਮਾ ਅੱਗੇ ਆਪਾਂ ਜੋਦੜੀ ਕਰਦੇ ਹਾਂ, ਬੇਨਤੀ ਕਰਦੇ ਹਾਂ, ਸਾਡੇ ਕੰਮਾਂ ਵਿੱਚ ਸਫਲਤਾ ਬਖਸ਼ੋ। ਉਹ ਪਰਮਾਤਮਾ ਆਪਣਾ ਦਿਮਾਗ ਵਰਤ ਕੇ, ਆਪਣੀ ਮਤ ਵਰਤ ਕੇ ਸਾਡੇ ਕੰਮਾਂ ਵਿੱਚ ਸਫਲਤਾ ਜ਼ਰੂਰ ਬਖਸ਼ਦਾ ਹੈ। ਤੇ ਕਈ ਵਾਰ ਉਹ ਸਾਡੇ ਕੰਮ ਆਪ ਵੀ ਕਰਦਾ ਹੈ ਤੇ ਉਹ ਕੰਮ ਕਰਨ ਵਾਲਾ ਸਾਡਾ ਨੌਕਰ ਵੀ ਬਣ ਜਾਂਦਾ ਤੇ ਸਾਡਾ ਮਾਲਕ ਵੀ ਹੈ। ਹੁਣ ਆਓ ਆਪਾਂ ਅੰਦਰ ਦੇ ਪਰਿਵਾਰ ਵੱਲ। ਹੁਣ ਅੰਦਰ ਦਾ ਪਰਿਵਾਰ ਕੀ ਆ? ਹੁਣ ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਪਰਮਾਤਮਾ ਗੁਰਬਾਣੀ ਦੇ ਅਨੁਸਾਰ ਕੀ ਹੈ। ਪਰਮਾਤਮਾ ਹੈ ਸੱਚ। ਚਲੋ ਉਹਨੂੰ ਆਪਾਂ ਵਾਹਿਗੁਰੂ ਵੀ ਕਹਿੰਦੇ ਆ, ਉਹਨੂੰ ਆਪਾਂ ਰਾਮ ਵੀ ਕਹਿੰਦੇ ਆ, ਉਹਨੂੰ ਆਪਾਂ ਖੁਦਾ ਵੀ ਕਹਿੰਦੇ ਆ, ਉਹਨੂੰ ਆਪਾਂ ਭਗਵਾਨ ਵੀ ਕਹਿੰਦੇ ਆ। ਆਪਾਂ ਕੱਲ ਸਮਾਪਤੀ ਕੀਤੀ ਸੀ, ਸ਼ਾਇਦ ਉਸੇ ਗੱਲ ਤੇ ਆਪਾਂ ਹੁਣ ਆਟੋਮੈਟਿਕ ਹੀ ਪਹੁੰਚ ਜਾਵਾਂਗੇ। ਪਹੁੰਚਣਾ ਵਿਸ਼ਾ ਨਹੀਂ ਪਰ ਪਹੁੰਚ ਜਾਵਾਂਗੇ। ਕਿਵੇਂ ਸਮਾਪਤੀ ਇਹ ਹੋਈ ਸੀ ਆਪਣੀ ਵੀ, ਇੱਕ ਸਾਡੀ ਦੁਨੀਆ ਦੀ ਰੀਤ ਆ, ਸੁਭਾਅ, ਪਿਓ ਪੁੱਤ ਦਾ ਨਾਮ, ਆਪਣੀ ਧੀ ਦਾ ਨਾਮ ਆਪਣੇ ਵੱਲੋਂ ਮੁਕਰਰ ਕਰਦਾ ਗਾ, ਵੀ ਭਾਵ ਉਹ ਰੱਖਦਾ ਗਾ ਵੀ ਮੇਰੇ ਪੁੱਤ ਦਾ ਨਾਮ ਆ, ਮੇਰੀ ਧੀ ਦਾ ਨਾਮ ਆ। ਜਦੋਂ ਵੀ ਭਾਵ ਸਾਡੇ ਬੱਚੇ ਦੀ ਕੋਈ ਕਾਗਜ਼ੀ ਕਾਰਵਾਈ ਹੁੰਦੀ ਹੈ ਨਾ, ਜਿਹਨੂੰ ਆਪਾਂ ਜਨਮ ਪੱਤਰੀ ਕਹਿੰਦੇ ਨੇ, ਬਣਦੀ ਆ, ਤਾਂ ਉਦੋਂ ਬਾਪ ਤੋਂ ਪੁੱਛਿਆ ਜਾਂਦਾ, ਮਾਂ ਤੋਂ ਪੁੱਛਿਆ ਜਾਂਦਾ ਵੀ ਦੱਸੋ ਭਾਈ ਤੁਹਾਡੇ ਬੱਚੇ ਦਾ ਕੀ ਨਾਮ ਲਿਖੀਏ ਇੱਥੇ। ਭਾਵੇਂ ਰਿਸ਼ਤੇਦਾਰਾਂ ਨੇ ਜੋ ਮਰਜ਼ੀ ਨਾਂ ਰੱਖਿਆ, ਪਰ ਮਾਂ ਪਿਓ ਦੀ ਅਗਵਾਈ ਜ਼ਰੂਰ ਪੈਂਦੀ ਆ। ਉੱਥੇ ਪਿਓ ਸਾਈਨ ਕਰਦਾ ਮੇਰੇ ਪੁੱਤ ਦਾ ਨਾਮ ਆ ਲਿਖ ਦੋ, ਤੇ ਸਾਰੀ ਉਮਰ ਉਹੀ ਚੱਲਦਾ। ਅੱਜ ਦੇ ਸਮੇਂ ਮੁਤਾਬਕ ਆਪਾਂ ਵੇਖੀਏ ਨਾ, ਪਰ ਕਦੇ ਕਿਸੇ ਪੁੱਤ ਨੇ ਆਪਣੇ ਪਿਓ ਦਾ ਨਾਂ ਨਹੀਂ ਰੱਖਿਆ ਵੀ ਮੇਰੇ ਪਿਓ ਦਾ ਨਾਂ ਆ, ਮੈਂ ਰੱਖੂ, ਮੇਰੀ ਮਰਜ਼ੀ ਆ। ਪੁੱਤ ਦਾ ਨਾਮ ਬਾਪੂ ਨੇ ਰੱਖਿਆ ਤੇ ਬਾਪੂ ਦਾ ਨਾਮ ਪੁੱਤ ਨਹੀਂ ਰੱਖਦਾਗਾ, ਤੇ ਨਾ ਹੀ ਪੁੱਤ ਕੋਲੇ ਅਧਿਕਾਰ ਆ ਤੇ ਨਾ ਹੀ ਪੁੱਤ ਰੱਖ ਸਕੇ, ਕਿਉਂਕਿ ਉਹਦਾ ਨਾਮ ਤਾਂ ਉਹ ਬਾਪੂ ਦੇ ਮਾਤਾ ਪਿਤਾ ਨੇ ਪਹਿਲਾਂ ਰੱਖਿਆ ਹੋਇਆ ਸੀ। ਤੇ ਪਰਮਾਤਮਾ ਕੀ ਹੈ ਸਾਡਾ? ਉਹ ਪਰਮਾਤਮਾ ਸਾਡੀ ਮਾਂ ਵੀ ਆ, ਸਾਡਾ ਪਿਓ ਵੀ ਆ। ਪਰ ਚੇਤਾ ਰੱਖਿਓ ਉਹ ਪਰਮਾਤਮਾ ਦੇ ਨਾਮ ਪੁੱਤ ਨੇ ਰੱਖੇ ਹੋਏ ਨੇ। ਆਪਣੀ ਗੱਲ ਇੱਥੇ ਪਹੁੰਚੀ ਆ। ਪਰਮਾਤਮਾ ਕੀ ਆ? ਸੱਚ। ਧਰਮ ਕੀ ਆ? ਸੱਚ। ਜ਼ਿੰਦਗੀ ਵਿੱਚ ਲੈ ਕੇ ਕੀ ਆਉਣਾ? ਸੱਚ। ਜ਼ਿੰਦਗੀ ਦੇ ਜਿਉਣ ਦਾ ਰਸਤਾ ਕੀ ਆ? ਸੱਚ। ਹੁਣ ਸੱਚ ਮੂਹਰੇ ਆ ਰਿਹਾ ਹੈ ਨਾ। ਸੱਚ ਸਾਡੇ ਲਈ ਵੀ ਉਹੀ ਆ, ਹਿੰਦੂ ਲਈ ਵੀ, ਮੁਸਲਮਾਨ ਲਈ ਵੀ, ਗੋਰੇ ਲਈ ਵੀ, ਸਾਡੇ ਦੇਸ਼ ਵਾਸੀਆਂ ਲਈ ਵੀ ਸੱਚ ਉਹੀ ਆ, ਤੇ ਜਿਹੜੇ ਵਿਦੇਸ਼ੀ ਲੋਕ ਆ ਉਹਨਾਂ ਲਈ ਵੀ ਸੱਚ ਉਹੀ ਆ। ਸੱਚ ਦਾ ਨਾਮ ਬਦਲਿਆ ਜਾ ਸਕਦਾ। ਸੱਚ ਨੂੰ ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ। ਉਹ ਕਿਹਾ ਕੀ ਨੇ? ਪੁੱਤਾਂ ਨੇ, ਧੀਆਂ ਨੇ। ਆਪਣੇ ਪਿਓ ਦਾ ਨਾਂ ਰੱਖਤਾ। ਸਾਡੇ ਪਿਓ ਦਾ ਨਾਂ ਅੱਲਾ, ਸਾਡੇ ਬਾਪੂ ਦਾ ਨਾਮ ਖੁਦਾ, ਸਾਡੇ ਪਰਮਾਤਮਾ ਵਾਹਿਗੁਰੂ। ਕਿੰਨੇ ਨਾਮ ਨੇ? ਸਾਰੇ ਕਿਹਨੇ ਨਾਮ ਰੱਖਿਆ? ਅਸੀਂ। ਕੋਈ ਵਿਠਲ ਕਹਿੰਦਾ, ਕੋਈ ਗੁਸਾਈ ਕਹਿੰਦਾ, ਕੋਈ ਰਾਮ ਰਾਮ, ਪਤਾ ਹੀ ਨਹੀਂ ਕਿੰਨੇ ਕੁ ਨਾਮ ਨੇ ਉਹਦੇ। ਬੇਅੰਤ ਨਾਮ ਨੇ। ਰੱਖੇ ਕਿਹਨੇ ਆ? ਮਨੁੱਖ ਨੇ। ਚਲੋ ਹੁਣ ਅੰਦਰ ਦਾ ਪਰਿਵਾਰ ਕੀ ਆ? ਸਭ ਤੋਂ ਪਹਿਲਾਂ ਆਪਾਂ ਆਪਣੇ ਬਾਪ ਨੂੰ, ਸੱਚ ਨੂੰ ਅੰਦਰ ਲੈ ਵੜੇ, ਤੇ ਜਦੋਂ ਸੱਚ ਨੂੰ ਅੰਦਰ ਲੈ ਵੜੇ ਨਾ, ਫਿਰ ਉਹਨੇ ਅੰਦਰ ਪਰਿਵਾਰ ਪੈਦਾ ਕਰ ਦਿੱਤਾ। ਉਹ ਪਰਿਵਾਰ ਕਿਹੜਾ ਸੀ? ਅੰਦਰ ਦਾ ਪਰਿਵਾਰ ਧਰਮ, ਦਇਆ, ਸੰਜਮ, ਸਬਰ, ਸੰਤੋਖ, ਅੰਦਰ ਦੀ ਸ਼ੁੱਧ ਮਤ, ਸ਼ੁੱਧ ਅਵਸਥਾ, ਇਹ ਅੰਦਰ ਦਾ ਪਰਿਵਾਰ ਹੈ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀ ਕੀਤਾ? ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਫਿਰ ਅੱਗੇ ਕੀ ਲਿਖਿਆ? ਧਰਤ ਸੁਹਾਵੀ। ਹੁਣ ਅੰਦਰੋਂ ਅਸੀਂ ਸੋਹਣੇ ਕਦੋਂ ਬਣਾਂਗੇ? ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧਰਤ, ਧਰਤੀ। ਹੁਣ ਬਾਹਰੀ ਤੌਰ ਤੇ ਆਪਣੀ ਸੁਰਤੀ ਨਕਸ਼ਾ ਬਣ ਗਿਆ, ਧਰਤੀ ਬੜੀ ਸੋਹਣੀ ਆ। ਧਰਤ ਸੁਹਾਵੀ, ਤਾਲ, ਤਾਲ ਕਹਿੰਦੇ ਆ ਸਰੋਵਰ ਨੂੰ। ਤਾਲ ਸੁਹਾਵਾ, ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਦਾ ਪ੍ਰਭਾਵ ਪੈ ਗਿਆ, ਛਾਇਆ ਪ੍ਰਭਾਵ ਪੈਣਾ। ਹੁਣ ਦੋ ਪਹਿਲੀਆਂ ਭਾਵ ਜਿਹੜੀਆਂ ਪਦਾਰਥਾਂ ਦੇ ਨਾਮ ਗਿਣੇ ਆ ਨਾ, ਚੀਜ਼ਾਂ ਦੇ ਨਾਮ ਗਿਣੇ ਆ, ਧਰਤੀ ਦਾ ਤੇ ਤਾਲ ਦਾ, ਉਹ ਦੋ ਚੀਜ਼ਾਂ ਦਾ ਸਾਡੀਆਂ ਅੱਖਾਂ ਦੇ ਸਾਹਮਣੇ ਆ। ਪਰ ਜਿਹੜੀ ਅਗਲੀ ਗੱਲ ਕਹੀ ਹੈ ਵਿੱਚ ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਛਾਇਆ ਪ੍ਰਭਾਵ ਪੈਣਾ, ਪਰ ਧਰਤੀ ਤੇ ਪ੍ਰਭਾਵ ਕਿਵੇਂ ਪੈ ਸਕਦਾ? ਧਰਤੀ ਤੇ ਪ੍ਰਭਾਵ ਬਾਹਰੀ ਤੌਰ ਤੇ, ਤਾਲ ਤੇ ਪ੍ਰਭਾਵ ਕਿਵੇਂ ਪੈ ਸਕਦਾ ਗਾ? ਮਨੁੱਖੀ ਦਿਮਾਗ ਦੇ ਅਨੁਸਾਰ।
ਆਪਾਂ ਨੂੰ ਪਤਾ ਨਾ ਮਨੁੱਖ ਦਾ ਦਿਮਾਗ ਇੰਨਾ ਸ਼ੈਤਾਨ ਆ, ਇਹ ਝੂਠ ਨੂੰ ਵੀ ਸੱਚ ਬਣਾ ਦਿੰਦਾ ਹੈਗਾ। ਮਾਫ ਕਰਨਾ, ਬੜੇ ਵਿਅਕਤੀ ਮਿਲਦੇ ਨੇ, ਬੜੇ ਦਾਨੇ ਪੁਰਖ ਮਿਲਦੇ ਨੇ, ਬੜੇ ਚਲਾਕ ਮਿਲਦੇ ਨੇ। ਆਪਣੀ ਸਾਰਿਆਂ ਦੀ ਅਵਸਥਾ ਹੀ ਹੈ ਨਾ, ਇੱਕ ਨਹੀਂ ਅਨੇਕੇ ਮਿਲਦੇ ਨੇ। ਚਲਾਕੀਆਂ ਕਰਨ ਵਾਲੇ ਬਹੁਤ ਨੇ। ਅੱਛਾ, ਜਦੋਂ ਬੰਦੇ ਦੀ ਕਈ ਵਾਰ ਨਾ ਚਲਾਕੀ ਪਕੜੀ ਜਾਂਦੀ ਹੈ ਤੇ ਉਹ ਚਲਾਕੀ ਨੂੰ ਆਪਣੇ ਆਪ ਨੂੰ ਬੇਇੱਜ਼ਤ ਕਰਾਉਣ ਦਾ ਮਾਰਾ ਵੀ ਹੁਣ ਮੇਰੀ ਬਦਨਾਮੀ ਆ, ਤਾਂ ਉੱਥੇ ਉਹ ਚਲਾਕੀ ਨੂੰ ਮਤਲਬ ਝੂਠ ਨੂੰ ਸੱਚ ਬਣਾ ਕੇ ਦੁਨੀਆ 'ਚ ਪੇਸ਼ ਕਰਦਾ। ਆਹ ਦੇਖੋ, ਮੈਂ ਤਾਂ ਸੱਚਾ, ਮੈਨੂੰ ਕਹਿਣ ਵਾਲਾ ਝੂਠਾ। ਇਹ ਬੰਦੇ ਦੀ ਆਪਣੀ ਸ਼ੈਤਾਨੀ ਆ ਨਾ, ਆਪਣੀ ਅਵਸਥਾ। ਹੁਣ ਚਲੋ, ਕਹਿਣ ਤੋਂ ਭਾਵ ਜਿਵੇਂ ਬਾਹਰੀ ਤੌਰ ਤੇ ਧਰਤੀ ਸੋਹਣੀ ਦੀ ਤੇ ਤਾਲ ਸੋਹਣੇ ਦੀ ਗੱਲ ਆਈ ਹੈ ਨਾ, ਉਹ ਜਿਹੜੀ ਦਾ ਧਰਤੀ ਤੇ ਤਾਲ ਤੇ ਕਬਜ਼ਾ ਗਾ, ਉਹ ਆਟੋਮੈਟਿਕ ਹੀ ਆਪਣੀ ਧਰਤੀ ਨੂੰ, ਆਪਣੇ ਤਾਲ ਨੂੰ, ਸਰੋਵਰ ਨੂੰ ਸੋਹਣਾ ਬਣਾ ਕੇ ਪੇਸ਼ ਕਰੂਗਾ। ਉਹ ਕਦੋਂ ਗੰਦਾ ਬਣਾ ਕੇ ਪੇਸ਼ ਕਰੂਗਾ? ਹੁਣ ਆਪਾਂ ਜਾ ਕੇ ਦੇਖੋ ਡੇਰਿਆਂ, ਮੰਦਰਾਂ, ਮਸੀਤਾਂ ਦੇ ਵਿੱਚ, ਵਾਹਿਗੁਰੂ ਭਲਾ ਕਰੇ, ਕਿਤੇ ਵੀ ਜਾਵੋ, ਚਲੋ ਇੱਕ ਨਾਂ ਨਹੀਂ ਆਪਣਾ, ਕਿਤੇ ਵੀ ਜਾਵੋ ਅਰਬਾਂ ਰੁਪਈਆ ਲਾਇਆ ਪਿਆ ਗਾ। ਕਿਉਂ ਲਾਇਆ? ਪ੍ਰਭਾਵ ਪਾਉਣ ਵਾਸਤੇ। ਇਸੇ ਕਰਕੇ ਲੈਣੇ, ਪ੍ਰਭਾਵ ਪਵੇ। ਜੋ ਵੀ ਕੁਝ ਰੁਪਈਏ ਦੀ ਵਰਤੋਂ ਕੀਤੀ ਜਾਂਦੀ ਹੈ, ਧਰਤੀ ਤੇ ਤਾਲ ਨੂੰ ਸੁਹਾਵਣਾ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਨਾ, ਉਹ ਸਿਰਫ ਤੇ ਸਿਰਫ ਆਉਣ ਵਾਲੇ ਮਨੁੱਖਾਂ ਤੇ ਪ੍ਰਭਾਵ ਕਿਵੇਂ ਪਵੇ। ਪਰ ਗੁਰੂ ਨਾਨਕ ਸਾਹਿਬ ਇਸ ਚੀਜ਼ ਨਾਲ ਸੰਬੰਧਿਤ ਨਹੀਂ ਹਨ। ਉਹ ਕਹਿੰਦਾ ਮੈਂ ਬਾਹਰੀ ਤੌਰ ਤੇ ਪ੍ਰਭਾਵ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾਗਾ ਅੰਦਰੂਨੀ ਲੈਵਲ ਤੇ। ਧਰਤ ਸੁਹਾਵੀ, ਧਰਤ ਕਿਹੜੀ ਸੀ? ਸਰੀਰ। ਤਾਲ, ਇਹ ਸਰੀਰ ਦਾ ਹਿਰਦਾ, ਹਿਰਦੇ 'ਚ ਗੁਰਬਾਣੀ ਰੂਪੀ ਅੰਮ੍ਰਿਤ। ਧਰਤ ਸੁਹਾਵੀ, ਤਾਲ ਸੁਹਾਵਾ। ਅੱਗੇ ਲਿਖਿਆ ਵਿੱਚ, ਇਹ ਸਰੀਰ ਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸਰੀਰ ਵਿੱਚ ਗੁਰਬਾਣੀ ਰੂਪੀ ਸ਼ੁੱਧ ਗਿਆਨ ਅੰਮ੍ਰਿਤ ਹੋਵੇ ਤੇ ਉਹ ਸ਼ੁੱਧ ਅੰਦਰ ਦੇ ਗਿਆਨ ਨੇ ਪੂਰੇ ਦੇ ਪੂਰੇ ਸਰੀਰ ਤੇ ਪ੍ਰਭਾਵ ਪਾਉਣਾਗਾ। ਲੋਕਾਂ ਤੇ ਪ੍ਰਭਾਵ ਨਹੀਂ ਪਾਉਣਾ, ਸਰੀਰ ਤੇ ਪ੍ਰਭਾਵ ਪਾਉਣਾ। ਜਦੋਂ ਇਹ ਸਰੀਰ ਤੇ ਅੰਦਰ ਦੇ ਅੰਮ੍ਰਿਤ ਨੇ ਪ੍ਰਭਾਵ ਪਾਤਾ ਨਾ, ਸੰਗਤ ਤੇ ਆਪਣੇ ਪਰਿਵਾਰ ਤੇ ਪ੍ਰਭਾਵ ਤਾਂ ਆਪਣੇ ਆਪ ਪੈ ਜਾਂਦਾ ਹੈਗਾ। ਸਮਝ ਗਏ ਨਾ ਆਪਾਂ? ਇੱਕ ਤਾਂ ਪ੍ਰਭਾਵ ਪਾਉਣਾ ਧੱਕੇ ਨਾਲ ਨਾ, ਇੱਕ ਆਪਣੇ ਆਪ ਪੈਣਾ। ਤੇ ਗੁਰੂ ਨਾਨਕ ਪਾਉਣ ਨਾਲ ਸੰਬੰਧਿਤ ਨਹੀਂ, ਪੈਣ ਨਾਲ ਸੰਬੰਧਿਤ ਆ। ਵੀ ਪਵੇ, ਪਾਉਣ ਦਾ ਜ਼ੋਰ ਨਹੀਂ ਲਾਉਣਾ ਵੀ ਮੇਰਾ ਪ੍ਰਭਾਵ ਕਿਵੇਂ ਪਵੇ, ਨਹੀਂ। ਪ੍ਰਭਾਵ ਕੇਵਲ ਪਾਉਣ ਨਾਲ ਨਹੀਂ, ਆਪਣੇ ਆਪ ਪੈਣ ਦੇ ਨਾਲ ਪਵੇਗਾ। ਉਦਾਹਰਨ ਸੌਖਾ ਸਮਝ ਲਓ, ਘਰ ਦੇ ਵਿੱਚ ਸਾਡੇ ਬੱਚੀ ਆ ਗਈ, ਆਪਣਾ ਪੁੱਤ ਵਿਆਹ ਕੇ ਲਿਆਂਦਾ, ਨੂੰਹ ਆ ਗਈ। ਚਲੋ ਮਾਲਕ ਕਿਰਪਾ ਕਰੇ, ਉਹ ਮੱਤ ਵਿਚਾਰੀ ਨੂੰ ਥੋੜੀ ਆ ਨਾ, ਉਹ ਸਿਖਾ ਕੇ ਤੋਰੀ ਸੀ ਵੀ ਤੂੰ ਐ ਕਰੀ ਚੱਲੀ ਸਾਰਾ ਕੁਛ। ਉਹ ਕਹਿੰਦੀ ਠੀਕ ਆ। ਆਟੋਮੈਟਿਕ ਤੇਰੇ ਪਰਿਵਾਰ ਤੇ ਪ੍ਰਭਾਵ ਪੈ ਜਾਊਗਾ, ਪਤੀ ਤੇ ਪ੍ਰਭਾਵ ਪੈ ਜੂ, ਸੱਸ ਮਾਂ ਤੇ ਪ੍ਰਭਾਵ ਪੈ ਜੂ, ਹੋਰ ਪਰਿਵਾਰ ਦੇ ਮੈਂਬਰਾਂ ਤੇ ਪ੍ਰਭਾਵ ਪਊਗਾ। ਪਰ ਵਾਹਿਗੁਰੂ ਭਲਾ ਕਰੇ, ਅਕਲ ਥੋੜੀ ਸੀ, ਉਹ ਕਿਸੇ ਦੇ ਕਹਿਣ ਤੇ ਵੀ ਆਪਣੇ ਵੱਲੋਂ ਕਹਿ ਕੇ ਆਪਣੇ ਸਹੁਰੇ ਪਰਿਵਾਰ ਤੇ ਪ੍ਰਭਾਵ ਨਹੀਂ ਪਾ ਸਕੀ। ਇਹ ਉਦਾਹਰਨ ਆਪਾਂ ਆਪਣੇ ਸੰਸਾਰ ਵਿੱਚੋਂ, ਆਪਣੇ ਘਰਾਂ ਵਿੱਚੋਂ ਲੈ ਸਕਦੇ ਹਾਂ। ਅੱਛਾ, ਇੱਕ ਉਹ ਬੱਚੀ ਹੈ ਜਿਹੜੀ ਅਤੀ ਸਿਆਣੀ ਆ, ਪਿੱਛੇ ਪੇਕੇ ਘਰ ਦੇ ਵਿੱਚ ਵੀ ਤੇ ਸਹੁਰੇ ਘਰ ਦੇ ਵਿੱਚ ਵੀ। ਹੁਣ ਪੇਕੇ ਘਰ ਵਿੱਚੋਂ ਸਿਖਾ ਕੇ ਨਹੀਂ ਤੋਰੀ ਉਹ ਵੀ ਤੂੰ ਐ ਕੰਮ ਕਰੀ ਨਾ, ਉਹ ਆਪਣੇ ਦਿਮਾਗ ਨਾਲ ਇੰਨੇ ਸੋਹਣੇ ਕੰਮ ਕਰਨ ਲੱਗ ਗਈ। ਆਉਣ ਸਾਰ ਆਪਣੀ ਸੱਸ ਮਾਂ ਕੀਲ ਲਈ, ਸਹੁਰਾ ਬਾਪੂ ਕੀਲ ਲਿਆ, ਆਪਣੇ ਪਤੀ ਨੂੰ ਕੀਲ ਲਿਆ, ਆਪਣੇ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਕੀਲ ਲਿਆ। ਕੀਲਣ ਤੋਂ ਪ੍ਰਭਾਵ ਪਾ ਲਿਆ, ਜਿਵੇਂ ਮਾਤਾ ਖੀਵੀ ਨੇ ਪ੍ਰਭਾਵ ਪਾਇਆ ਸੀ। ਮਾਤਾ ਖੀਵੀ ਨੇ ਪ੍ਰਭਾਵ ਪਾਇਆ ਨਾ, ਫਿਰ ਇਹ ਮਾਤਾ ਖੀਵੀ ਵਾਲਾ ਪ੍ਰਭਾਵ ਆ ਨਾ, ਉਹ ਮਿੱਥ ਕੇ ਥੋੜੀ ਪਾਇਆਗਾ। ਹੁਣ ਧਿਆਨ ਮਾਰਿਓ ਇਤਿਹਾਸ ਵਿੱਚ, ਮਾਤਾ ਖੀਵੀ ਨੇਮ ਦੇ ਵਿੱਚ ਗੁਰਬਾਣੀ ਪੜ੍ਹ ਰਹੀ ਆ। ਉਹ ਨੇਮ ਕਿੱਥੇ ਪੱਕਿਆ ਹੋਇਆਗਾ? ਗੁਰੂ ਨਾਨਕ ਦੇ ਘਰ 'ਚ ਪੱਕਿਆ ਹੋਇਆ ਨਾ। ਉਸੇ ਨੇਮ ਦੇ ਮੁਤਾਬਕ ਆਪਣੇ ਸਹੁਰੇ ਘਰ ਵਿੱਚ ਗੁਰਬਾਣੀ ਨਾਲ ਜੁੜੀ ਹੋਈ ਆ। ਤੇ ਹੁਣ ਚੇਤਾ ਰੱਖਿਓ, ਧੰਨ ਗੁਰੂ ਅਮਰਦਾਸ ਮਹਾਰਾਜ ਸਹੁਰਾ ਪਿਤਾ ਜੀ ਕੋਲ ਆਉਂਦੇ ਨੇ, ਬਾਣੀ ਸੁਣੀ ਆ ਨਾ, 1 ਦਿਨ 2 ਦਿਨ 3 ਦਿਨ, ਮਨ ਤੇ ਅਸਰ ਪੈ ਗਿਆ। ਚਰਮਨਾ, ਤੂੰ ਧੱਕੇ ਖਾਂਦਾ ਫਿਰਦਾ, ਤੇਰੇ ਮਾਂ ਪਿਓ ਨੂੰ ਤੇਰਾ ਨਾਂ ਰੱਖਿਆ ਅਮਰ, ਤੂੰ ਤਾਂ ਵੀ ਨਹੀਂ ਅਮਰ ਹੋ ਸਕਿਆ। ਤੂੰ ਨੇਕਾ ਸੰਨਿਆਸੀ ਉਦਾਸੀਆਂ ਕੋਲੇ ਤੁਰਿਆ ਫਿਰਦਾ ਰਿਹਾ, ਤਾਂ ਵੀ ਨਹੀਂ ਅਮਰ ਹੋ ਸਕਿਆ। ਤੂੰ ਹਰਿਦੁਆਰ ਦੀ ਧਰਤੀ ਤੇ ਜਾ ਕੇ ਵੀ ਧੱਕੇ ਖਾ ਕੇ ਆ ਗਿਆ, ਫਿਰ ਵੀ ਨਹੀਂ ਅਮਰ ਹੋ ਸਕਿਆ। ਉਮਰ ਤੇਰੀ ਏਡੀ ਵੱਡੀ ਹੋ ਗਈ ਤੇ ਤੇਰੇ ਨਾਲੋਂ ਤਾਂ ਤੇਰੀ ਬੱਚੀ ਆ ਨੂੰਹ ਧੀ ਚੰਗੀ ਆ ਜਿਹੜੀ ਅਮਰ ਹੋਈ ਪਈ ਆ। ਨਾ ਉਹਦਾ ਵੀ ਅਮਰ, ਨਾ ਇੱਧਰ ਵੀ ਅਮਰ ਆ। ਉਹ ਅਮਰ ਹੋ ਗਈ ਛੋਟੀ ਉਮਰ ਦੇ ਵਿੱਚ। ਅਮਰ ਤੋਂ ਭਾਵ ਨਾ ਮਰਨ ਵਾਲੇ ਕੰਮ ਕਰ ਰਹੀ ਆ, ਤੇ ਤੂੰ ਆਤਮਕ ਮੌਤੇ ਮਰ ਚੁੱਕਿਆਗਾ।
ਹੱਥ ਬੰਨਿਆ, ਧੀਏ ਜੋ ਬਾਣੀ ਪੜ੍ਹਦੀਆਂ ਨੇ ਬਾਣੀ ਮੈਨੂੰ ਵੀ ਸੁਣਾ, ਤੇ ਜਿਹਦੀ ਬਾਣੀ ਆ ਮੈਨੂੰ ਉਹਦੇ ਕੋਲੇ ਲੈ ਜਾ। ਹੁਣ ਉਹ ਧੀ ਨੂੰ ਚੇਤਾ ਰੱਖਿਓ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿਖਾ ਕੇ ਨਹੀਂ ਤੋਰਿਆ ਵੀ ਤੂੰ ਉੱਥੇ ਜਾ ਕੇ ਆਹ ਕੰਮ ਕਰਨੇ ਨੇ, ਆਟੋਮੈਟਿਕ ਪ੍ਰਭਾਵ ਪੈ ਗਿਆ। ਹੁਣ ਆਪਾਂ ਸਮਝ ਗਏ ਨਾ ਗੱਲ ਕਿੱਥੇ ਪਹੁੰਚ ਗਈ। ਗੱਲ ਪਹੁੰਚ ਗਈ ਅੱਜ ਦੀ ਬਾਣੀ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਕਿਸੇ ਤੇ ਪ੍ਰਭਾਵ ਪਾਉਣਾ ਆਪਾਂ ਨਹੀਂ ਪਾਉਣਾ, ਆਟੋਮੈਟਿਕ ਪਵੇ ਆਪਣੇ ਆਪ। ਉਹ ਕਦੋਂ ਪਊਗਾ? ਜਦੋਂ ਗੁਣ ਨੇ ਵਿੱਚ ਅੰਮ੍ਰਿਤ ਆ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਗੁਲਾਬ ਦਾ ਫੁੱਲ ਕਿਸੇ ਨੂੰ ਸਾਦਾ ਨਹੀਂ ਵੀ ਆ ਜਾਓ, ਬਾਜ ਨਹੀਂ ਮਾਰਦਾ, ਕਿਸੇ ਨੂੰ ਬਾਜ ਨਹੀਂ ਮਾਰਦਾ, ਆਟੋਮੈਟਿਕ ਭਵਰਾ ਕੀਲਿਆ ਜਾਂਦਾ। ਆਟੋਮੈਟਿਕ ਅਸੀਂ ਗੁਲਾਬ ਦੀ ਵਾੜੀ ਕੋਲ ਦੀ ਲੰਘਣ ਲੱਗੇ ਨਾ ਕੀਲੇ ਜਾਂਦੇ ਆ। ਆਪਣੇ ਘਰ ਦੇ ਵਿੱਚ ਕੋਈ ਵੀ ਪੇੜ ਆ ਕਿਸੇ ਤਰ੍ਹਾਂ ਦਾ, ਕਿੰਨੂਆਂ ਦਾ ਪੇੜ ਆ, ਅਮਰੂਦਾਂ ਦਾ ਪੇੜ ਆ, ਬੇਰੀ ਦਾ ਪੇੜ ਆ, ਕੋਈ ਵੀ ਦਰਖਤ ਆ, ਜਦੋਂ ਫਲ ਨਾਲ ਭਰਿਆ ਪਿਆ ਨਾ ਕੋਲ ਦੀ ਲੰਘਦਿਆਂ ਨੂੰ ਮਜਬੂਰ ਕਰ ਦਿੰਦਾ, ਵਾਹ ਜੀ ਵਾਹ ਕਿੰਨਾ ਫਲ ਆਗਾ। ਉਹਨੇ ਆਵਾਜ਼ ਨਹੀਂ ਮਾਰੀ ਵਿਚਾਰੇ ਨੇ ਵੀ ਆਓ ਤੁਸੀਂ ਮੇਰੀ ਉਪਮਾ ਕਰਕੇ ਜਾਓ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਡੇਰੇਦਾਰ ਲੋਕ ਆ ਨਾ ਉਹ ਕੀਲਦੇ ਨੇ ਕਿਵੇਂ ਗੱਲਾਂ ਕਰ ਕਰ, ਇਹ ਬਾਬੇ 'ਚ ਸ਼ਕਤੀ ਆ, ਇਹ ਬਾਬਾ ਤਾਂ ਸੱਟਾ ਹੀ ਬੜਾ ਵਧੀਆ ਦਿੰਦਾ। ਗੱਲ ਹੈ ਸਾਡੀ ਦੁਨੀਆ 'ਚ ਵੀ ਉਲਝੀ ਪਈ ਹੈਗੀ, ਨਾਲੇ ਬਾਬਾ ਗਾਲਾਂ ਕੱਢਦਾ, ਵਿੱਚ ਗਾਲਾਂ ਲੈਣ ਜਾਂਦੇ ਨੇ, ਕਹਿੰਦੇ ਇਹਦੇ ਨੰਬਰ ਜੇ ਜੁੜ ਜਾਂਦੇ ਨੇ, ਕੋਈ ਸੱਟੇ ਸੁੱਟੇ ਲੱਗ ਜਾਂਦੇ ਨੇਗੇ। ਅੱਛਾ, ਹੋਰ ਬਾਬੇ ਨੇ ਫਿਰ ਪ੍ਰਭਾਵ ਪਾਉਣ ਦੇ ਲਈ ਆਪਣਾ ਕੰਮ ਕਿਹੋ ਜਿਹਾ ਕੀਤਾ? ਕੁਝ ਖਾਣ ਵਾਲੀਆਂ ਆਈਟਮਾਂ ਤਿਆਰ ਕੀਤੀਆਂ, ਕੁਝ ਵੰਡਣ ਵਾਲੀਆਂ ਆਈਟਮਾਂ ਤਿਆਰ ਕੀਤੀਆਂ, ਮਤਲਬ ਕੋਸ਼ਿਸ਼ ਪ੍ਰਭਾਵ ਪਾਉਣ ਦੀ। ਗੁਰੂ ਸਾਹਿਬ ਕਹਿੰਦੇ ਨਹੀਂ, ਪਾਉਣਾ ਨਹੀਂ, ਆਪਣੇ ਆਪ ਪਵੇ। ਤੇ ਪਾਉਣ ਵਾਲਾ ਚਲਾਕ ਆ, ਆਪਣੇ ਆਪ ਜਿਹਦਾ ਪ੍ਰਭਾਵ ਪੈ ਗਿਆ ਉਹ ਸਿਆਣਾ। ਹੁਣ ਇਹ ਆਪਾਂ ਗੱਲ ਬਾਹਰੀ ਤੌਰ ਤੇ ਲੈਤੀ ਹੈ, ਗੱਲ ਕੀ ਸੀ ਸਾਡੇ ਅੰਦਰ ਦੀ। ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਰੀਰ ਰੂਪੀ ਧਰਤੀ ਹੈ, ਧਰਤ ਸੁਹਾਵੀ ਤਾਲ ਸੁਹਾਵਾ। ਤਾਲ ਸਾਡਾ ਹਿਰਦਾ, ਵਿੱਚ ਅੰਮ੍ਰਿਤ ਹਿਰਦੇ ਰੂਪੀ ਤਾਲ ਦੇ ਵਿੱਚ ਗੁਰਬਾਣੀ ਰੂਪੀ ਅੰਮ੍ਰਿਤ ਵੇਖ ਹੈਗਾ ਕਿ ਨਹੀਂ ਹੈਗਾ, ਫਿਰ ਪ੍ਰਭਾਵ ਪਊਗਾ। ਵਿੱਚ ਅੰਮ੍ਰਿਤ ਜਲ, ਇੱਥੇ ਅੰਮ੍ਰਿਤ ਜਲ ਆ, ਬਾਹਰੀ ਤੌਰ ਤੇ ਪਾਣੀ ਦੀ ਗੱਲ ਨਹੀਂ, ਅੰਮ੍ਰਿਤ ਜਲ ਗੁਰਬਾਣੀ ਰੂਪੀ ਜਲ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਫਿਰ ਤੇਰਾ ਪ੍ਰਭਾਵ ਪਊਗਾ। ਜਿਵੇਂ ਹੁਣ ਸੌਖਾ ਸਮਝ ਲਓ ਥੋੜਾ ਜਿਹਾ, ਅੰਦਰ ਦੇ ਪਰਿਵਾਰ ਬਾਰੇ ਵੀ ਆਪਾਂ ਗਿਣਤੀ ਆਜੂ ਸਾਡੀ ਵੀ ਉਹ ਕਿਹੜਾ ਗਾ, ਤੇ ਨਾਲੇ ਗੱਲ ਸਾਡੀ ਆਹ ਸਮਝ ਵਿੱਚ ਆ ਜਾਊਗੀ। ਹੁਣ ਗੁਰੂ ਨਾਨਕ ਸਾਹਿਬ ਤੀਸਰੀ ਉਦਾਸੀ ਦਾ ਭਰਮਣ ਕਰਨ ਦੇ ਲਈ ਜਾਂਦੇ ਨੇ ਮਾਤਾ ਤ੍ਰਿਪਤਾਈ ਕੋਲੇ। ਕਹਿੰਦੀ ਪੁੱਤ ਦੇਖੋ ਅਸੀਂ ਬਜ਼ੁਰਗ ਹੋ ਗਏ ਹੁਣ ਨਾ, ਤੇ ਬੱਚੇ ਵੀ ਹੋ ਗਏ, ਤੇ ਤੇਰਾ ਆਪਣਾ ਪਰਿਵਾਰ ਕਾਫੀ ਵੱਡਾ ਹੋ ਗਿਆ, ਤੂੰ ਹੁਣ ਨਾ ਜਾ, ਆਪਣੇ ਪਰਿਵਾਰ ਵੱਲ ਨਿਗਾਹ ਮਾਰ ਕੇ ਵੇਖ। ਚਲੋ ਹਰ ਇੱਕ ਮਾਂ ਦੀ ਭਾਵਨਾ ਹੁੰਦੀ ਹੈ ਮੇਰਾ ਪੁੱਤ ਹੁਣ ਟਿਕ ਕੇ ਨਾ ਸਾਡੀ ਵੀ ਸੇਵਾ ਕਰੇ, ਤੇ ਅੱਗੋਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਵੀ ਸੰਭਾਲੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਕਿਹੜੇ ਪਰਿਵਾਰ ਦੀ ਗੱਲ ਕਰਦੀ ਹੈ ਤੂੰ, ਪਰਿਵਾਰ ਤਾਂ ਮੇਰੇ ਨਾਲ ਹੁੰਦਾਗਾ। ਗੁਰੂ ਨਾਨਕ ਸਾਹਿਬ ਕਹਿੰਦੇ ਪੂਰਾ ਪਰਿਵਾਰ ਮੇਰੇ ਨਾਲ ਹੁੰਦਾਗਾ। ਮਾਤਾ ਤ੍ਰਿਪਤਾ ਜੀ ਹੱਸ ਪਈ, ਕਹਿੰਦੀ ਪੁੱਤ ਮੈਂ ਸੁਣਿਆ ਸੀ ਲੋਕ ਤੈਨੂੰ ਸੁਦਾਈ ਕਹਿੰਦੇ ਆ, ਕਿਉਂਕਿ ਤੂੰ ਉਪਰੀਆਂ ਜਿਹੀਆਂ ਗੱਲਾਂ ਕਰਦਾਂਗਾ, ਪਰ ਅੱਜ ਮੈਨੂੰ ਵੀ ਕਹਿਣ ਦੇ ਲਈ ਮਜਬੂਰ ਹੋਣਾ ਪਏਗਾ, ਤੂੰ ਸੱਚਮੁੱਚ ਹੀ ਸੁਦਾਈ ਆ, ਸੱਚਮੁੱਚ ਹੀ ਤੂੰ ਝੱਲਾ, ਸੱਚਮੁੱਚ ਹੀ ਤੂੰ ਬੌਰਾ, ਸੱਚਮੁੱਚ ਹੀ ਤੂੰ ਪਾਗਲ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਕਿਵੇਂ ਮਾਂ, ਦੱਸਾਂਗਾ ਭਲਾ ਮੈਨੂੰ ਪਾਗਲ ਕਿਵੇਂ ਤੈਨੂੰ ਲੱਗਦਾ ਮੈਂ? ਮਾਂ ਪੁੱਤ ਦੀ ਗੱਲ ਆ ਨਾ, ਕਿਉਂਕਿ ਸਾਡੀ ਦੁਨੀਆ ਦੀ ਰੀਤ ਆ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਨਾਂ ਤੋਂ ਚਾਰ ਕਿਸਮ ਦੇ ਬੰਦੇ ਲਾਭ ਨਹੀਂ ਲੈਂਦੇਗੇ। ਇੱਕ ਤਾਂ ਮਾਤਾ ਪਿਤਾ, ਜਿਨ੍ਹਾਂ ਕੋਲੇ ਨਾ ਦਿਮਾਗ, ਬੁੱਧੀ, ਸਿਆਣਪ, ਗੁਣ ਹੋਣ, ਉਹਨਾਂ ਤੋਂ ਚਾਰ ਜਣੇ ਲਾਭ ਨਹੀਂ ਲੈ ਸਕਦੇ। ਨੰਬਰ 1 ਤੇ ਮਾਤਾ ਪਿਤਾ, ਨੰਬਰ 2 ਤੇ ਸਰੀਕੇ, ਨੰਬਰ 3 ਤੇ ਜਿਗਰੀ ਦੋਸਤ, ਦਿਲ ਦੇ ਦੋਸਤ, ਤੇ ਨੰਬਰ 4 ਤੇ ਦੁਸ਼ਮਣ। ਬੰਦਾ ਕਿੱਡੀ ਮਰਜੀ ਵੱਡੀ ਪਦਵੀ ਤੇ ਵਗ ਜੇ, ਮਾਂ ਪਿਓ ਨੂੰ ਛੋਟਾ ਹੀ ਲੱਗਦਾ ਹੁੰਦਾ, ਮੇਰਾ ਪੁੱਤ ਤਾਂ ਕੁਛ ਵੀ ਨਹੀਂ, ਆਮ ਹੀ ਆ। ਜਿਹੜਾ ਸਰੀਕਾ ਕਬੀਲਾ ਨਾ ਸਾਡਾ, ਉਹ ਵੀ ਕਹਿੰਦੇ ਲਹੂ ਤੁਰਿਆ ਫਿਰਦਾ ਹੈਗਾ, ਉਹ ਵੀ ਨਹੀਂ ਮੰਨਦੇ ਹੁੰਦੇਗੇ। ਬੰਦੇ ਦੀ ਅਵਸਥਾ ਜਿੱਡੀ ਮਰਜੀ ਵੱਡੀ ਹੋ ਜਾਵੇ। ਨੰਬਰ 3 ਤੇ ਦੋਸਤ ਮਿੱਤਰ, ਉਹ ਕਹਿੰਦੇ ਤੂੰ ਹੋਵੇਂਗਾ ਵੱਡਾ, ਸਾਨੂੰ ਤਾਂ ਤੂੰ ਉਹੀ ਲੱਗਦਾ, ਜੇ ਆਪਾਂ ਗਲੀਆਂ 'ਚ ਖੇਡਦੇ ਹੁੰਦੇ ਸਾਨੂੰ ਤਾਂ ਉਹੀ ਲੱਗਦਾ, ਸਾਨੂੰ ਤਾਂ ਵੱਡਾ ਲੱਗਦਾ ਨਹੀਂ ਤੂੰ। ਸਮਝ ਗਏ ਨਾ ਆਪਾਂ? ਜਿੱਥੇ ਪਿਆਰ ਆ ਨਾ, ਮੁਹੱਬਤ ਆ, ਭਾਵ ਮਿੱਤਰ ਬਣ ਗਏ, ਉਹ ਮਿੱਤਰਾਂ ਨੂੰ ਬੰਦਾ ਵੱਡਾ ਨਹੀਂ ਲੱਗਦਾ ਹੁੰਦਾ। ਨਹੀਂ ਨਹੀਂ, ਤੂੰ ਬਾਬਾ ਹੋਵੇਂਗਾ ਲੋਕਾਂ ਕਰਕੇ, ਤੂੰ ਸੰਤ ਹੋਵੇਂਗਾ ਲੋਕਾਂ ਕਰਕੇ, ਤੂੰ ਮਹਾਤਮਾ ਹੋਵੇਂਗਾ ਲੋਕਾਂ ਕਰਕੇ।
ਤੂੰ ਵੱਡਾ ਲੀਡਰ ਹੋਵੇਂਗਾ ਲੋਕਾਂ ਕਰਕੇ, ਤੂੰ ਵੱਡਾ ਅਫਸਰ ਹੋਵੇਂਗਾ ਲੋਕਾਂ ਕਰਕੇ, ਸਾਨੂੰ ਤਾਂ ਤੂੰ ਛੋਟਾ ਹੀ ਲੱਗਦਾ। ਤੇ ਨੰਬਰ 4 ਤੇ ਦੁਸ਼ਮਣ ਤਾਂ ਜਮੀ ਨਹੀਂ ਲਾਭ ਲੈ ਸਕਦੇ। ਹੁਣ ਗੁਰੂ ਨਾਨਕ ਸਾਹਿਬ ਨਾਲ ਕਿਹਦੀ ਗੱਲ ਹੁੰਦੀ ਆ? ਮਾਂ ਪਿਓ ਦੀ। ਮਾਂ ਕਹਿੰਦੀ ਪੁੱਤ ਤੂੰ ਮੈਨੂੰ ਸੁਦਾਈ ਲੱਗਦਾ। ਕਹਿੰਦੀ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਕਿਵੇਂ? ਮਾਂ ਦੱਸ, ਤੇਰੇ ਨਾਲ ਭਲਾ ਕਿਹੜਾ ਪਰਿਵਾਰ ਜਾਂਦਾ, ਦੱਸਗਾ ਭਲਾ ਮੈਨੂੰ। ਮਾਂ ਤੇਰੀ ਮੈਂ ਆ, ਪਿਓ ਤੇਰਾ ਕਾਲੂ ਆ, ਪਤਨੀ ਤੇਰੀ ਸੁਲੱਖਣੀ ਆ, ਬੱਚੇ ਤੇਰੇ ਸ੍ਰੀ ਚੰਦ ਹੋਰੀ ਨੇ, ਤੇਰੇ ਨਾਲ ਕਿਹੜਾ ਪਰਿਵਾਰ ਜਾਂਦਾ ਕਿ ਮੈਂ ਜਾਨੀ ਆ ਨਾਲ ਤੇਰੇ? ਗੁਰੂ ਨਾਨਕ ਸਾਹਿਬ ਕਹਿੰਦਾ ਮਾਂ ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਉਵੇਂ ਸਮਝ ਲਾ। ਮਾਂ ਫਿਰ ਬੋਲ ਪਈ, ਕਹਿੰਦੀ ਮੈਨੂੰ ਐਂ ਲੱਗਦਾ ਤੂੰ ਸਾਡੀ ਸਾਰਿਆਂ ਦੀ ਨਾ ਮੇਰੀ ਯਾਦ ਨਾਲ ਲੈ ਜਾਂਦਾ ਹੋਵੇਂਗਾ। ਸਰੀਰ ਸਾਡੇ ਇੱਥੇ ਰਹਿ ਜਾਂਦੇ ਨੇ, ਯਾਦ ਤੂੰ ਨਾਲ ਲੈ ਜਾਂਦਾ ਹੋਵੇਂਗਾ। ਗੁਰੂ ਸਾਹਿਬ ਕਹਿੰਦੇ ਮਾਂ ਜਿਵੇਂ ਮਰਜ਼ੀ ਸਮਝ ਲਾ। ਕਹਿੰਦੀ ਪੁੱਤ ਜਿਵੇਂ ਮਰਜ਼ੀ ਵਾਲੀ ਗੱਲ ਜਿਹੜੀ ਮੈਨੂੰ ਸਮਝਾ, ਮੈਨੂੰ ਦੱਸ ਭਲਾ ਮੈਨੂੰ ਸਾਨੂੰ ਕਿਵੇਂ ਨਾਲ ਲੈ ਕੇ ਜਾਣਾ। ਹੁਣ ਗੁਰੂ ਸਾਹਿਬ ਨੇ ਬਕਾਇਦਾ ਨਾ ਉਹ ਗੁਰਬਾਣੀ ਦੇ ਵਿੱਚ ਸ਼ਬਦ ਦਰਜ ਕੀਤਾ, ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਸੇਖ। ਪੂਰਾ ਸ਼ਬਦ ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਵਿੱਚ ਦਰਜ ਕੀਤਾ ਹੈਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਮਾਂ ਤੂੰ ਪੁੱਛਿਆ ਮੈਂ ਤੇਰੇ ਨਾਲ ਕਿਵੇਂ ਜਾਨੀ ਆ? ਜਿੱਥੇ ਤੂੰ ਮੇਰੀ ਸਰੀਰਕ ਮਾਂ ਨਾ, ਉੱਥੇ ਮੈਨੂੰ ਇੱਕ ਮਾਂ ਹੋਰ ਮਿਲੀ ਵੀ ਆ। ਕਿਹਦੇ ਵੱਲੋਂ? ਪਰਮਾਤਮਾ ਵੱਲੋਂ। ਪੁੱਤ ਤੈਨੂੰ ਕੱਲੇ ਨੂੰ ਮਿਲੀ ਆ? ਕਹਿੰਦੇ ਨਹੀਂ ਕੱਲੇ ਨੂੰ ਨਹੀਂ ਮਿਲੀ, ਉਹ ਸਭ ਨੂੰ ਮਿਲਦੀ ਆ। ਕੋਈ ਕੋਈ ਉਹ ਮਾਂ ਦੀ ਗੱਲ ਸੁਣ ਲੈਂਦੇ ਆ ਤੇ ਕੋਈ ਕੋਈ ਨਹੀਂ ਸੁਣਦੇ। ਚਲੋ ਇਉਂ ਕਹਿ ਲਓ ਆਪਾਂ ਗੁਰੂ ਨਾਨਕ ਸਾਹਿਬ ਤੋਂ ਮਤ ਲੈ ਕੇ ਆਪਾਂ ਅੰਕੜੇ ਕੱਢ ਲਓ, 100 ਦੇ ਵਿੱਚੋਂ 5 ਬੰਦੇ ਉਹ ਮਾਂ ਦੀ ਗੱਲ ਸੁਣਦੇ ਆ, 95 ਬੰਦੇ ਉਹ ਮਾਂ ਦੀ ਗੱਲ ਨਹੀਂ ਸੁਣਦੇ, ਬਾਹਰੀ ਮਾਂ ਦੀ ਗੱਲ ਸੁਣਦੇ ਨੇ। ਮੰਨ ਲਓ 5 ਬੰਦੇ ਉਹ ਨੇ ਜਿਹੜੇ ਉਹ ਮਾਂ ਦੀ ਗੱਲ ਸੁਣਦੇ ਆ। ਜਿਹੜੀ ਮਾਂ ਦਾ ਨਕਸ਼ਾ ਇੱਥੇ ਗੁਰੂ ਨਾਨਕ ਸਾਹਿਬ ਬਣਾਉਣਗੇ, ਉਹ ਮਾਂ ਗੀ ਮੇਰੀ ਸ਼ੁੱਧ ਮਤ। ਤੇ ਜਿਨ੍ਹਾਂ ਦੀ ਨਾ ਸਰੀਰਕ ਮਾਂ ਮਰ ਜੇ ਲੋਕ ਉਹਨਾਂ ਨੂੰ ਯਤੀਮ ਕਹਿੰਦੇ ਨੇ। ਅਸਲ ਦੇ ਵਿੱਚ ਜਿਨ੍ਹਾਂ ਦੀ ਮੱਤ ਮਰ ਗਈ ਨਾ, ਯਤੀਮ ਉਹ ਹੁੰਦਾ, ਉਹ ਆਪ ਵੀ ਯਤੀਮ ਹੋ ਜਾਂਦਾ। ਜਿਨ੍ਹਾਂ ਦੀ ਮੱਤ ਰੂਪੀ ਮਾਂ ਮਰ ਗਈ, ਮੱਤ ਰੂਪੀ ਮਾਂ ਮਰਨ ਦੇ ਨਾਲ ਬੰਦਾ ਗੰਦੇ ਕੰਮ ਕਰਦਾ ਤੇ ਅਨੇਕਾਂ ਲੋਕਾਂ ਦੀਆਂ ਹੋਰ ਦੀਆਂ ਵੀ ਮੱਤਾਂ ਮਾਰ ਦਿੰਦਾ। ਉਹ ਕਈ ਵਾਰ ਆਪਣੇ ਕੋਲੇ ਕੋਈ ਆ ਜੇ ਨਾ ਮੱਤ ਕਰਕੇ ਹੋਛਾ ਹੋਵੇ, ਕਮਲਾ ਹੋਵੇ, ਤੇ ਆਪਾਂ ਉਹਨੂੰ ਕਹਿੰਦੇ ਸਾਡੀ ਮੱਤ ਨਾ ਖਾ, ਤੂੰ ਪਰਾਂ ਵਗ ਜਾ। ਮੱਤ ਨਾ ਖਾ ਤੋਂ ਭਾਵ ਕਿ ਸਾਡੀ ਮੱਤ ਨਾ ਮਾਰਦੀ, ਕਿਤੇ ਤੇਰੀ ਤਾਂ ਮਰੀ ਵੀ ਆ। ਉਹ ਬੰਦਾ ਆਪਦੀ ਵੀ ਮੱਤ ਮਰੀ ਵੀ ਆ ਤੇ ਹੋਰਾਂ ਦੀ ਮੱਤ ਮਾਰ ਦਿੰਦਾ ਹੈਗਾ। ਮਾਂ ਕਹਿੰਦੀ ਚਲੋ ਮੰਨ ਲੈਨੀ ਆ, ਸ਼ੁੱਧ ਮੱਤ ਤੇਰੀ ਮਾਂ ਉਹ ਤੇਰੇ ਨਾਲ ਜਾਂਦੀ ਆ। ਤੇਰਾ ਪਿਓ, ਹੁਣ ਗੁਰੂ ਨਾਨਕ ਸਾਹਿਬ ਪਿਓ ਦਾ ਨਕਸ਼ਾ ਬਣਾਉਂਦੇ ਨੇ। ਤੂੰ ਆਪਾਂ ਵੀ ਸਾਰਿਆਂ ਨੇ ਅੱਜ ਮਾਂ ਤੇ ਪਿਓ, ਪਤਨੀ ਇੱਥੋਂ ਗੁਰੂ ਕੋਲੋਂ ਲੈ ਕੇ ਜਾਣੇ ਪੁੱਛ ਕੇ ਵੀ ਸੱਚੇ ਪਾਤਸ਼ਾਹ ਸਾਨੂੰ ਆਹ ਰਿਸ਼ਤੇ ਦਾ ਤਾਂ ਪਤਾ ਹੀ ਨਹੀਂ, ਸਾਡਾ ਆ ਵੀ ਰਿਸ਼ਤਾ ਹੈਗਾ। ਅਸੀਂ ਤਾਂ ਕੇਵਲ ਬਾਹਰੀ ਰਿਸ਼ਤਾ ਬਣਾਈ ਬੈਠੇ ਆਂਗੇ, ਬਾਹਰੀ ਰਿਸ਼ਤਿਆਂ ਦੇ ਝੰਜਟ 'ਚ ਹੀ ਫਸੇ ਬੈਠੇ ਆ। ਸਾਨੂੰ ਆਹ ਮੇ ਰਿਸ਼ਤਾ ਨਾ ਜਿਹੜਾ ਇਹ ਵੀ ਤੂੰ ਦੇ, ਸਾਨੂੰ ਦੇ ਕਿਰਪਾ ਕਰਕੇ ਲੈ ਕੇ ਜਾਣਾ ਸਾਰਿਆਂ ਨੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਪਿਤਾ ਮੇਰਾ ਸੰਤੋਖ ਆ, ਮਾਤਾ ਮਤ ਪਿਤਾ ਸੰਤੋਖ। ਸੰਤੋਖ ਕਿਵੇਂ ਪੁੱਤ? ਜਿਵੇਂ ਕਿ ਬਾਪੂ ਆ ਨਾ, ਉਹ ਆਪਣੇ ਪੁੱਤ ਨੂੰ ਹਮੇਸ਼ਾ ਸਿਆਣੀਆਂ ਸਿਆਣੀਆਂ ਗੱਲਾਂ ਦੱਸਦਾ। ਬਾਪੂ ਦਾ ਸੁਭਾਅ ਆ, ਉਹ ਨਹੀਂ ਚਾਹੁੰਦਾ ਮੇਰਾ ਪੁੱਤ ਚੋਰ ਬਣੇ, ਮੇਰਾ ਪੁੱਤ ਡਾਕੂ ਬਣੇ, ਮੇਰਾ ਪੁੱਤ ਖਤਰਨਾਕ ਬਣੇ ਨਾ। ਉਹ ਕੋਸ਼ਿਸ਼ ਕਰਦਾ ਆਪਣੀ ਜ਼ਿੰਦਗੀ ਭਾਵੇਂ ਉਹਦੀ ਜੋ ਮਰਜ਼ੀ ਸੀ, ਆਪਣੇ ਪੁੱਤ ਨੂੰ, ਆਪਣੇ ਬੱਚੇ ਨੂੰ ਗੱਲਾਂ ਸਿਆਣੀਆਂ ਦੱਸਦਾ। ਹੁਣ ਚੇਤਾ ਰੱਖਿਓ, ਜੇ ਬਾਪੂ ਸੰਤੋਖ ਸਾਡੇ ਦਿਮਾਗ ਵਿੱਚ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਚੰਗੇ ਕੰਮ ਕਰਾਂਗੇ। ਸੰਤੋਖੀ ਬੰਦਾ ਹਮੇਸ਼ਾ ਚੰਗੇ ਕੰਮ ਕਰਦਾ ਤੇ ਲੋਭੀ ਬੰਦਾ ਹਮੇਸ਼ਾ ਮਾੜੇ ਕੰਮ ਕਰਦਾ। ਜਦੋਂ ਸੰਤੋਖ ਮਰ ਗਿਆ, ਸੰਤੋਖ ਰੂਪੀ ਪਿਓ ਮਰ ਗਿਆ ਨਾ, ਅੰਦਰ ਆ ਵੜਿਆ ਲੋਭ, ਤੇ ਲੋਭ ਨੇ ਸਾਡਾ ਨੁਕਸਾਨ ਕੀਤਾ। ਲੋਭ ਨੇ ਨੁਕਸਾਨ ਕੀਤਾ ਨਾ, ਫਿਰ ਲੋਭੀ ਦਾ ਵਸਾ ਹੋਣਾ ਕੀਜੇ। ਗੁਰੂ ਸਾਹਿਬ ਵੀ ਕਹਿੰਦੇ ਲੋਭੀ ਬੰਦੇ ਦਾ ਵਸਾ ਨਾ ਕਰੀ, ਵਿਸ਼ਵਾਸ ਨਾ ਕਰੀ, ਦੇਖੀ ਕਿਤੇ ਮਰ ਜਾਵੇਂਗਾ ਜੇ ਵਿਸ਼ਵਾਸ ਕਰੇਗਾ। ਚਲੋ ਲੋਭ ਦੀ ਤੇ ਸੰਤੋਖ ਦੀ ਵਿਆਖਿਆ ਕਰਨੀ ਹੋਵੇ ਤਾਂ ਇੰਨੂ ਹੀ ਆ। ਲੋਭੀ ਬੰਦਾ ਦਿੱਤੇ ਹੋਏ ਪਰਮਾਤਮਾ ਵੱਲੋਂ ਪਦਾਰਥਾਂ ਤੇ ਸ਼ੁਕਰ ਨਹੀਂ ਕਰਦਾ, ਉਹ ਹੋਰ ਦੀ ਭਾਵਨਾ ਰੱਖਦਾ। ਤੇ ਸੰਤੋਖੀ ਬੰਦਾ ਰੱਬ ਵੱਲੋਂ ਜੋ ਮਿਲਿਆ ਉਹਦੇ ਤੇ ਸਬਰ ਕਰਦਾ ਹੈ। ਮੇਰੇ ਜੀਵਨ ਵਿੱਚ ਸਬਰ ਮਤਲਬ ਸੰਤੋਖ, ਸੰਤੋਖ ਮੇਰਾ ਪਿਓ ਹੈ। ਮਾਂ ਕਹਿੰਦੀ ਚਲੋ ਠੀਕ ਆ, ਮੈਂ ਮੰਨ ਲੈਨੀ ਆ, ਮਤ ਤੇਰੀ ਮਾਂ ਗੀ, ਸੰਤੋਖ ਤੇਰਾ ਪਿਓ ਹੈ, ਤੇ ਤੇਰੇ ਨਾਲ ਸੁਲੱਖਣੀ ਦਾ ਵਿਆਹ ਹੋਇਆ ਹੈਗਾ। ਤੇਰੇ ਨਾਲ ਸੁਲੱਖਣੀ ਦਾ ਵਿਆਹ ਹੋਇਆ ਨਾ, ਤੇ ਸੁਲੱਖਣੀ ਦੀ ਮਾਂ ਦਾ ਨਾਮ ਚੰਦੋ ਰਾਣੀ, ਗੁਰੂ ਨਾਨਕ ਸਾਹਿਬ ਦੀ ਸੱਸ ਦਾ ਨਾਮ ਤੇ ਸਹੁਰੇ ਦਾ ਨਾਮ ਮੂਲ ਚੰਦ।
ਮੂਲ ਚੰਦ ਤੇ ਚੰਦੋ ਰਾਣੀ ਨੂੰ ਕਿੱਥੋਂ ਲੈ ਕੇ ਆਵੇਂਗਾ? ਹੁਣ ਮਾਂ ਪੁੱਤ ਦੀਆਂ ਗੱਲਾਂ ਹੁੰਦੀਆਂ ਨਾ, ਮੂਲ ਚੰਦ ਨੂੰ ਤੇ ਚੰਦੋ ਰਾਣੀ ਨੂੰ ਕਿੱਥੋਂ ਲੈ ਕੇ ਆਵੇਂਗਾ? ਤੇ ਗੁਰੂ ਸਾਹਿਬ ਨੇ ਚੇਤਾ ਰੱਖਿਓ, ਉਹ ਵੀ ਨਕਸ਼ਾ ਬਣਾਤਾ। ਸੱਸ ਮੇਰੀ ਚੰਦੋ ਰਾਣੀ ਕਿਹੜੀ ਆ? ਸਰਮ ਸੁਰਤ ਦੋਏ ਸੱਸਰ ਹੋਏ। ਭਾਵ ਸਰਮ ਤੋਂ ਭਾਵ ਸਖਤ ਮਿਹਨਤ, ਸਰਮ ਤੋਂ ਭਾਵ ਸਖਤ ਮਿਹਨਤ, ਜਿਹਨੂੰ ਆਪਾਂ ਸਖਤ ਤੋਂ ਸਖਤ ਕਮਾਈ ਕਹਿ ਦਈਏ। ਸਖਤ ਮਿਹਨਤ ਮੇਰੀ ਸੱਸ ਆ, ਤੇ ਮਿਹਨਤ ਸੱਸ ਹੋਣ ਕਰਕੇ ਉਸ ਮਿਹਨਤ ਦਾ ਭਾਵ ਜਿਹੜਾ ਪਤੀ ਹੈ ਨਾ ਮੇਰਾ, ਜਾਣੀ ਕਿ ਸਹੁਰਾ, ਉਹ ਹੈ ਗੁਰਦੇਵ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ, ਮੇਰੀ ਜ਼ਿੰਦਗੀ 'ਚ ਮਾਂ ਉਦਮ ਉਪਰਾਲਾ, ਉਹਨਾਂ ਦੋਨਾਂ ਦਾ ਆਪਸੀ ਸੰਜੋਗ ਬਣਿਆ ਤੇ ਉਹਨਾਂ ਨੇ ਇੱਕ ਧੀ ਨੂੰ ਜਨਮ ਦਿੱਤਾ। ਉਹ ਧੀ ਕਿਹੜੀ ਆ? ਉਹ ਧੀ ਹੈ ਭਗਤੀ, ਸੀਲਵੰਤ, ਭਗਤੀ ਸੀਲਵੰਤ ਨਾਰ। ਉਹ ਨਾਰ ਦਾ ਜਨਮ ਹੋਇਆ, ਸੀਲਵੰਤ ਭਗਤੀ ਦਾ ਜਿਹੜਾ ਜਨਮ ਹੋਇਆ ਨਾ, ਉਹ ਭਗਤੀ ਰੂਪੀ ਪਤਨੀ ਮੇਰੀ ਪਤਨੀ ਬਣੀ ਆ। ਉਹਦਾ ਨਾਮ ਸੁਲੱਖਣੀ ਹੈ ਨਾ, ਉਹ ਮੇਰੀ ਪਤਨੀ ਬਣੀ ਹੈ ਜਿਹੜੀ ਭਗਤੀ ਆ। ਤੇ ਭਗਤੀ ਨੇ 2 ਬੱਚਿਆਂ ਨੂੰ ਜਨਮ ਦਿੱਤਾ। ਉਹ ਕਿਹਨਾਂ ਕਿਹਨਾਂ ਨੂੰ ਜਨਮ ਦਿੱਤਾਗਾ? ਦੁਨਿਆਵੀ ਤਲ ਤੇ ਸ੍ਰੀ ਚੰਦ ਤੇ ਲక్ష్ਮੀ ਦਾਸ ਦਾ ਜਨਮ ਆ, ਪਰ ਉਹ ਭਗਤੀ ਨੇ ਮੇਰੇ ਅੰਦਰ ਭਾਵ ਸ਼ੁਭ ਗੁਣਾਂ ਨੂੰ ਜਨਮ ਦੇ ਦਿੱਤਾ। ਤੇ ਸ਼ੁਭ ਗੁਣ ਜਿਹੜੇ ਮੇਰੇ ਬੱਚੇ ਨੇ, ਉਹਨਾਂ ਨੇ ਮੇਰੀ ਵੀ ਸ਼ੋਭਾ ਵਧਾਈ ਆ ਤੇ ਤੁਹਾਡੀ ਵੀ ਸ਼ੋਭਾ ਵਧਾਈ ਆ। ਉਹ ਬੱਚੇ, ਉਹ ਸ਼ੁਭ ਗੁਣ ਭਗਤੀ, ਉਹ ਸੁਰਤ ਤੇ ਮਿਹਨਤ ਮਸ਼ੱਕਤ, ਦੋਨੇ ਸੱਸ ਸਹੁਰਾ ਤੇ ਮਾਤਾ ਪਿਤਾ, ਸੁੱਧ ਮੱਤ ਤੇ ਨਾਲ ਨਾਲ ਸੰਤੋਖ, ਇਹ ਪੂਰੇ ਦਾ ਪੂਰਾ ਪਰਿਵਾਰ ਮੇਰੇ ਨਾਲ ਜਾਂਦਾ, ਮਾਂ ਜਿੱਥੇ ਵੀ ਮੈਂ ਜਾਣਾਗਾ। ਹੁਣ ਮਾਂ ਨੇ ਇੱਥੇ ਸਵਾਲ ਖੜਾ ਕਰਤਾ, ਗੁਰੂ ਸਾਹਿਬ ਨੇ ਇੰਨੀ ਗੱਲ ਕਲੀਅਰ ਕਰਤੀ। ਕਹਿੰਦੀ ਚਲੋ ਜੋ ਮੈਂ ਵੇਖਿਆ ਠੀਕ ਆ, ਪਰ ਸੁਲੱਖਣੀ ਦੇ ਨਾਲ ਰਿਸ਼ਤਾ ਜੜਵਾਉਣ ਵਾਲਾ ਵਿਚੋਲਾ ਸੀ ਨਾ, ਤੇ ਚੇਤਾ ਰੱਖਿਓ ਹੁਣ ਤੇਰਾ ਵਿਚੋਲਾ ਦੱਸ ਕੌਣ ਆ। ਫਿਰ ਗੁਰੂ ਨਾਨਕ ਸਾਹਿਬ ਨੇ ਵਿਚੋਲਾ ਪਤਾ ਕਿਹੜਾ ਹੱਥ ਕੀਤਾਗਾ? ਵਿਚੋਲੇ ਵੱਲ ਹੱਥ ਕੀਤਾ, ਪੂਰੇ ਸੰਸਾਰ ਵੱਲ। ਆ ਸੰਗਤ, ਸਤ ਸੰਗਤ ਨਾ, ਸੰਸਾਰੀ ਲੋਕ, ਇਹ ਵਿਚੋਲੇ ਨੇ। ਇਹ ਵਿਚੋਲੇ ਕਿਵੇਂ ਬਣੇ? ਕਿਉਂਕਿ ਭਗਤੀ ਮੇਰੇ ਅੰਦਰ, ਮੇਰੇ ਜੀਵਨ ਦੇ ਵਿੱਚ ਮੇਰੀ ਪਤਨੀ ਆ, ਤੇ ਭਗਤੀ ਦਾ ਜਨਮ ਸੁਰਤ ਤੇ ਸ਼ਰਮ ਤੋਂ ਹੋਇਆਗਾ, ਸੱਸ ਤੇ ਸਹੁਰੇ ਦੇ ਸੰਜੋਗ ਵਿਜੋਗ ਨਾਲ। ਤੇ ਉਹ ਸੁਰਤ ਤੇ ਸੱਸ ਸਹੁਰੇ ਦੇ ਵਿੱਚ ਜਿਹੜੀ ਭਗਤੀ ਦਾ ਜਨਮ ਹੋਇਆ ਨਾ, ਉਹ ਭਗਤੀ ਦੇ ਨਾਲ ਵਿਆਹ ਕਰਵਾਉਣ ਵਾਲੇ ਜਿਹੜੇ ਵਿਚੋਲੇ ਨੇ, ਉਹ ਲੋਕ ਨੇ। ਕਿਉਂਕਿ ਲੋਕਾਂ ਦੀ ਹੈ ਜਦੋਂ ਮੈਂ ਸੁਣੀ ਨਾ, ਫਿਰ ਮੈਂ ਭਗਤੀ ਦਾ ਰਸਤਾ ਚੁਣਿਆ। ਮਤਲਬ ਭਗਤੀ ਨੂੰ ਪਸੰਦ ਕੀਤਾ। ਭਗਤੀ ਨੂੰ ਪਸੰਦ ਕਰਨਾ, ਪਤਨੀ ਨੂੰ ਪਸੰਦ ਕਰਨਾ। ਪਰ ਜਦੋਂ ਭਗਤੀ ਨੂੰ ਪਸੰਦ ਕਰ ਲਿਆ ਨਾ, ਇਹ ਲੋਕਾਂ ਦੀ ਹੈ ਦੀ ਆਵਾਜ਼ ਸੁਣ ਕੇ ਮੈਂ ਭਗਤੀ ਦਾ ਧਾਰਨੀ ਬਣਿਆ, ਤੇ ਭਗਤੀ ਵਿੱਚੋਂ ਅੱਗੇ ਸ਼ੁਭ ਗੁਣਾਂ ਦਾ ਜਨਮ ਹੋਇਆ। ਉਹ ਸ਼ੁਭ ਗੁਣ ਬੱਚਿਆਂ ਨੂੰ ਨਾਲ ਲੈ ਕੇ ਮੈਂ ਦੁਨੀਆ ਦਾ ਹੁਣ ਭਲਾ ਕਰ ਰਿਹਾਗਾ। ਮੇਰਾ ਪਰਿਵਾਰ ਆਗਾ। ਹੁਣ ਚੇਤਾ ਰੱਖਿਓ, ਇਹ ਪਰਿਵਾਰ ਦਾ ਨਕਸ਼ਾ ਬੇਸ਼ੱਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਮਾਤਾ ਨੂੰ ਬਣਾ ਕੇ ਦਿਖਾਇਆਗਾ, ਪਰ ਆਪਾਂ ਜ਼ਰੂਰ ਧਿਆਨ 'ਚ ਰੱਖਣਾਗਾ ਵੀ ਆਪਾਂ ਵੀ ਇਹ ਪਰਿਵਾਰ ਦੇ ਨਾਲ ਆਪਣਾ ਜ਼ਿੰਦਗੀ ਦਾ ਨਾਤਾ ਜੋੜਨਾਗਾ। ਮੈਂ ਦੁਬਾਰਾ 1 ਮਿੰਟ ਦੇ ਵਿੱਚ ਹੀ ਰਿਪੀਟ ਕਰਾਂਗਾ। ਮਾਤਾ ਸੁੱਧ ਮੱਤ, ਪਿਤਾ ਸੰਤੋਖ, ਸੱਸ ਸਹੁਰਾ ਸ਼ਰਮ, ਤੇ ਆਪਾਂ ਨੂੰ ਪਤਾ ਸੁਰਤ। ਸੱਸ ਸਹੁਰੇ ਦਾ ਰੂਪ ਬਣ ਗਿਆ। ਅੱਗੇ ਪਤਨੀ ਦਾ ਜਨਮ ਵਾਹਿਗੁਰੂ, ਬੱਚੀ ਦਾ ਜਨਮ ਭਗਤੀ, ਭਗਤੀ ਨਾਲ ਸਾਡਾ ਵਿਆਹ, ਤੇ ਸਾਡੇ ਵਿਚੋਲੇ ਉਹ ਸਤ ਸੰਗੀ ਲੋਕ, ਦੁਨੀਆ ਦੇ ਲੋਕ, ਜਿਨ੍ਹਾਂ ਦੇ ਹੈ ਦੇ ਹੌਂਕੇ ਸੁਣ ਕੇ ਮੈਂ ਭਗਤੀ ਪ੍ਰਵਾਨ ਕੀਤੀ ਆ। ਉਹ ਭਗਤੀ ਨੇ ਅੱਗੇ ਸ਼ੁਭ ਗੁਣਾਂ ਨੂੰ ਜਨਮ ਦਿੱਤਾਗਾ। ਸ਼ੁਭ ਗੁਣਾਂ ਦਾ ਜਿਹੜਾ ਜਨਮ ਹੋਇਆਗਾ, ਉਹਨੂੰ ਇੱਥੇ 5ਵੇਂ ਪਾਤਸ਼ਾਹ ਨੇ ਸਰੋਵਰ ਕਿਹਾਗਾ। ਤੇ ਸਰੋਵਰ ਦੇ ਵਿੱਚ ਕਿੰਨੇ ਜੀਵ ਜੰਤੂ ਰਹਿੰਦੇ ਨੇ, ਆਪਾਂ ਨਿਗਾਹ ਮਾਰ ਕੇ ਦੇਖ ਸਕਦੇ ਆ। ਪਾਣੀ ਦੇ ਵਿੱਚ ਕਿੰਨੇ ਜੀਵ ਜੰਤੂ ਨੇ, ਤੇ ਉਹ ਜੀਵ ਜੰਤੂ ਨੇ ਜਿੰਨੇ, ਉਹ ਸਾਡੇ ਅੰਦਰ ਦੇ ਸਰੋਵਰ ਵਿੱਚ ਅੰਮ੍ਰਿਤ ਕੁੰਡ ਵਿੱਚ ਕਿਹੜੇ ਨੇ? ਸ਼ੁਭ ਗੁਣ ਨੇ। ਉਹ ਸ਼ੁਭ ਗੁਣ ਭਾਵੇਂ 1 ਪੈਦਾ ਕਰ ਲੋ, ਤੇ ਭਾਵੇਂ 1000 ਕਰ ਲੋ, ਤੇ ਭਾਵੇਂ ਲੱਖਾਂ ਹੀ ਕਰ ਲੋ। ਤੇ ਕਦੇ ਕਦੇ ਨਾ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਆ 1 ਲੱਖ ਪੂਤ ਤੇ 1.25 ਲੱਖ
ਨਾਤੀ तेह घर तेह रावण कर दिया ना बाती। आप सारे पावन पंक्ति पढ़ लेने ते विचार भी संखेप जी बाहरी तौर पर हो जाती है भी 1 लाख पुत ते 1.25 लाख पोता किहदा सी रावण दा। पर कदे कदे दिमाग चकर आ जांदा भी 1 लाख पुत ते 1.25 लाख पोता। पहली गल तां गिणती गलत आ। 1 लाख बच्चे ने गां पोतियां नूं जन्म किन्ना दिता वो आपां अंकड़े कढ लो, अपना टाइम हो गया चलो। फिर अगली गल एक मां दी समर्था ताकत नहीं है भी इन्ने बच्चों नूं जन्म दे दे, पर उहदे बच्चे किहड़े ने जदों आपां गुरबाणी नूं घोखांगे अज दी विचार मुताबक फिर वो बच्चे उत्थे जिहड़े रावण दे आ ना उन्हां दा जिक्र गुरु नानक साहब बहुत सोहणे ढंग नाल समझाउंदे ने। फिर साडे दिमाग दे विच गल आ जांदी भी इन्ने बच्चों नूं सरीरक तल ते जन्म नहीं पर अंदरूनी तल ते जन्म दिता जांदा गा। फिर वो गुरु नानक साहब दे घर विच केवल श्री चंद ते लक्ष्मी दास नहीं अनेकां बच्चे वो सरोवर कुंड विच किन्ने जीव जंतु ने जिहड़े पैदा होए उन्हां दा जिक्र फिर इत्थे पंजवें पातशाह ने कीता गा। संतां के कारज आप खलोया हर कम करावन आया राम धरत सुहावी ताल सुहावा। आ शरीर दी गल कीती है, बाहरी तौर ते गल नहीं गी, वो आपां पहलां गल सारी कर चुके हांगे। धरत सुहावी शरीर रूपी धरती, ताल सुहावा ताल सरोवर शरीर दे हिरदे नूं ताल कहा गा, ताल सरोवर धरत सुहावी ताल सुहावा विच इसे सरोवर दे विच पानी आ। काहदा पानी आ? अमृत जल छाया राम। अमृत गुरबाणी शब्द, शब्द गुरबाणी दे राही अपने शरीर ते भी प्रभाव पाउणा ते बाहरी तौर ते भी प्रभाव पवेगा, ऐटोमैटिक पवेगा। गुरु नानक साहब ने आवाज़ नहीं दी मेरी गल सुनो, लोगों ने आप ही सुनी आ, मजबूर हो गए सुनने लिए भी इहदी गल च दम हैगा, प्रभाव पाया नहीं पै गया। विच अमृत जल छाया राम। अगे फिर गुरु साहब जी कहते ने अमृत जल छाया पूर्ण साज कराया। फिर पाशा जी कहते सगल मनोरथ पूरे। फिर वाहिगुरू जी ने ना मैं जेड़े काम नूं हथ पाया वो काम मेरा संपूर्ण हो गया। मतलब मेरी अवस्था ये बन गई जिस काम नूं मैं हथ पाया। हथ पाउण तो भाव की है? जो मेरे शरीर दे नाल जुड़े हुए काम सन हुण इत्थे बाहरी तौर ते काम आ गए। शरीर दे नाल जुड़े हुए काम सन भाव जदों मैं वो काम नूं हथ पाया ना, जिहड़ा मेरा परिवार आ सतसंगी लोक इन्हां ने नाल मेरी मदद इन्नी मदद कीती, मैनूं पता नहीं लग्या मेरा काम कदों हो गया। थोड़ी जी विचार इदां भी जुड़दी है, इत्थे थोड़ा जिहा वाहिगुरू भला करे समा अपना वध लग सकदा। धन गुरु अर्जन साहब महाराज जी अमर दी खुदवाई वाहिगुरू सरोवर दी खुदवाई करवा रहे ने ते जिहड़ी सरोवर दी खुदवाई तिन्ने खूंजां दे होगी, एक खूंजा रह गया ते ओ खूंजा जिहड़ा है मान लो भी बहुत ज्यादा सख्त निकलिया। धरती दीयां तहां ना डोड ते जदों हुण तहां ने धरती दीयां उस टाइम ते खूंजा बड़ा करड़ा गा, जिन्हों अज आपां हरकी पौड़ी कहने आंगे। अच्छा उत्थे गुरु प्यारे सेवादार गुरु साहब कोले आए, आके कहंदे पातशाह बहुत ज्यादा मशक्कत कीती है, मेहनत कीती है बड़ी, पर पट नहीं हुंदा, इन्नी सख्त उत्थों दी धरती आ गई। अस दा मतलब कहण तो भाव हंब गए ते इन्ने कहंदे संगत आई बाहरों, नौजवान आए गुरु पातशाह दर्शन करन वास्ते, चलो भी आपां भी सेवा करेंगे। जो सेवा करन दी भावना बनी है ना ते हुण मान लो भी इन्ने नौजवान आ गए, पहलां वाले थके खड़े ने ते नेड़े लग चुके ने, उन्हां ने इन्नी सख्त मेहनत कीती, इउं कह लो दब के जोर लाया ते ओ तल पट के परा मारिया। वो तालस जिन्ना टोआ सी सारा पट दिता, जिहड़ा अज सरोवर बनया हुआ जिथे आपां हरकी पौड़ी अज कहने आ, वो पट के जो परा सुटदा ना जिथे तख्त बनया हुआ हैगा ते इन्ने नाल दी नाल सुनेहा आ गया सच्चे पातशाह काम हो गया। तो फिर गुरु साहब ने बाहरी तौर पर की कहा आ शब्द उत्थे वरत्या गा, अमृत जल छाया पूर्ण साज कराया सगल मनोरथ पूरे। रब दे काम विच रब दीयां संगतां ने योगदान पा दिता, इहदे विच साडा कोई रोल नहीं है, परमात्मा अपने काम आप ही करवा लैंदा गा। वो बाहरी तौर पर भी काम करवा लैंदा ते अंदरूनी तौर पर भी काम करवा लैंदा। फिर अगे गुरु साहब जी कहंदे ने जय जयकार भया जग अंतर लाथे सगल वसूरे। फिर अजिहे रब्बी प्यारे दी जय जयकार सारे संसार विच हुंदी है, एक थां नहीं, एक थां नहीं। हुण चेता रखियो गुलाब दा फुल उहदे विच सुगंधी असीं नहीं पाई भी कल्ले भूंदड़ वालिआं ने जां रामपुरा जां बठिंडा जिले जां कल्ले पंजाब दी धरती ते उहदी सुगंधी पाती, कल्ले पंजाब च खुशबू आ नहीं। वो फुल दी वैरायटी जिथे जिथे भी पुंगरी हरी हुई उहने खुशबू उत्थे वंडी आ, उहदे विच सुगंधी पाउण वाला व्यक्ति नहीं, सुगंधी पाउण वाला परमात्मा। फिर वो फुल दी शोभा ना देसां विदेसां विच भी आ, साडी धरती ते भी आ, बाहरी सूबिਆਂ विच भी आ, साडे सूबे विच भी आ। उन्हें भाव अपनी शोभा अपनी ओदी शोभा ओदी सुगंधी करके थां थां खिलर गई। अगे पातशाह जी कहते हैं पूर्ण पुरख अचुत अबनासी जस वेद पुरानी गाया
ਆਪਾਂ ਸਾਰਿਆਂ ਨੇ ਇਹੀ ਕੰਮ ਕਰਨਾ। ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਉਹ ਪਰਮਾਤਮਾ ਦਾ ਸੁਭਾਅ ਮੁੱਢ ਕਦੀਮੀ ਸੁਭਾਅ, ਆਪਣਾ ਵਿਰਦ ਰੱਖਿਆ ਪਰਮੇਸ਼ਰ, ਆਪਣੇ ਵਿਰਦਾਂ ਦੀ ਆਪਣੇ ਭਗਤਾਂ ਦੀ ਉਹ ਲਾਜ ਆਪ ਰੱਖਦਾ ਹੈ। ਨਾਨਕ ਨਾਮ ਧਿਆਇਆ, ਆਪਾਂ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਤਾਂ ਅਸੀਂ ਆਪਣੇ ਅੰਦਰ ਦੇ ਸਰੋਵਰ ਵੱਲ ਨਿਗਾਹ ਮਾਰ ਸਕਦੇ ਹਾਂ, ਸਰੀਰ ਨੂੰ ਸੋਹਣਾ ਬਣਾ ਸਕਦੇ ਹਾਂ ਤੇ ਸਰੀਰ ਦੇ ਨਾਲ ਜੁੜੇ ਹੋਏ ਭਾਵ ਤਾਲ ਨੂੰ, ਅੰਦਰ ਦੇ ਹਿਰਦੇ ਨੂੰ ਵੀ ਸੋਹਣਾ ਬਣਾ ਸਕਦੇ ਹਾਂ। ਕਾਹਦੇ ਨਾਲ ਜੁੜ ਕੇ? ਗੁਰੂ ਨਾਲ ਜੁੜ ਕੇ, ਸ਼ੁਭ ਮੱਤ ਨਾਲ ਜੁੜ ਕੇ, ਸੰਤੋਖ ਬਾਪੂ ਨਾਲ ਜੁੜ ਕੇ, ਸਰਮ ਸੁਰਤ ਨਾਲ, ਸੱਸ ਸਹੁਰੇ ਨਾਲ ਜੁੜ ਕੇ, ਸਤ ਸੰਗੀ ਵਿਚੋਲਿਆਂ ਨਾਲ ਜੁੜ ਕੇ ਤੇ ਜਨਮ ਦੇਣ ਵਾਲੇ ਸ਼ੁਭ ਗੁਣ ਉਹਨਾਂ ਨਾਲ ਜੁੜ ਕੇ ਫਿਰ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇਗੀ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸਮਾਪਤ ਆ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ। ਮਨ ਦੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ।